ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲੀ ਸਾਧ ਸੰਗਤ, ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਜਸਵਿੰਦਰ ਸਿੰਘ ਬਡਰੁੱਖਾਂ ਤੇ ਆਪਾਂ ਇਸ ਚੈਨਲ ਦੇ ਉੱਪਰ ਜਿਵੇਂ ਸੰਗਤ ਵੱਲੋਂ ਸਾਨੂੰ ਆਖਿਆ ਗਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਸੰਥਾ ਵਿਆਕਰਨਕ ਨੇਮਾਂ ਦੇ ਤਹਿਤ ਸੰਗਤ ਦੇ ਨਾਲ ਸਾਂਝੀ ਕਰ ਰਹੇ ਹਾਂ। ਪਿਛਲੇ ਹਿੱਸੇ ਦੇ ਵਿੱਚ ਆਪ ਜੀਆਂ ਨੇ ਸ੍ਰੀ ਰਾਗ ਦੇ ਸ਼ਬਦ 20 ਨੰਬਰ ਅੰਗ ਤੱਕ, ਜੋ 21 ਨੰਬਰ ਅੰਗ ਤੇ ਜਾ ਕੇ ਸਮਾਪਤੀ ਹੁੰਦੀ ਹੈ, ਉੱਥੋਂ ਤੱਕ ਆਪ ਜੀਆਂ ਨੇ ਸਰਵਣ ਕੀਤੇ ਸੀ ਤੇ ਅੱਜ ਆਪਾਂ ਉੱਥੋਂ ਹੀ ਅੱਗੇ ਸੰਥਾ ਨੂੰ ਸ਼ੁਰੂ ਕਰਦੇ ਹਾਂ। ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਨਿੱਕੇ ਜਿਹੇ ਯਤਨ ਤੋਂ ਭਰਪੂਰ ਲਾਹਾ ਲੈ ਰਹੇ ਹੋਵੋਗੇ ਤੇ ਨਾਲ ਬੇਨਤੀ ਕਰ ਦਈਏ ਵੀ ਇਹ ਜੋ ਸਾਡਾ ਯਤਨ ਹੈ ਸੀਮਤ ਜੇ ਸਾਧਨਾਂ ਦੇ ਨਾਲ ਕੀਤਾ ਜਾ ਰਿਹਾ ਹੈ, ਸੋ ਯਤਨ ਕਰਿਓ ਇਸ ਕਾਰਜ ਨੂੰ ਹੋਰ ਵਧੇਰੇ ਸੰਗਤਾਂ ਨਾਲ ਸਾਂਝਾ ਕਰਿਓ ਤਾਂ ਕਿ ਰਲ ਮਿਲ ਕੇ ਹੋਰ ਵੀ ਗੁਰੂ ਪਿਆਰੇ ਇਸ ਕਾਰਜ ਤੋਂ ਲਾਹਾ ਲੈ ਸਕਣ। ਗੁਰਬਾਣੀ ਪਾਠ ਕਰਨ ਦੀ ਭਾਵਨਾ ਹਰ ਇੱਕ ਦੇ ਮਨ ਵਿੱਚ ਹੁੰਦੀ ਹੈ। ਗੁਰਬਾਣੀ ਦਾ ਪਾਠ ਵੱਧ ਤੋਂ ਵੱਧ ਸ਼ੁੱਧ ਹੋਵੇ, ਸਪਸ਼ਟ ਹੋਵੇ, ਸੰਗਤ ਨੂੰ ਸੌਖਿਆਂ ਵਿਆਕਰਨ ਦੇ ਨੇਮਾਂ ਦੀ ਸੋਝੀ ਆ ਜਾਵੇ। ਇਸੇ ਮਕਸਦ ਦੇ ਨਾਲ ਅਸੀਂ ਇਹ ਜਿਹੜਾ ਕਾਰਜ ਆ ਇਹਨੂੰ YouTube ਦੇ ਉੱਪਰ ਸ਼ੁਰੂ ਕੀਤਾ ਹੋਇਆ। ਸੋ ਆਪਾਂ 20 ਨੰਬਰ ਅੰਗ ਦੇ ਸ਼ਬਦ ਜੋ 21 ਨੰਬਰ ਅੰਗ ਤੱਕ ਆ ਕੇ ਸੰਪੂਰਨ ਹੁੰਦੇ ਆ, ਉਥੋਂ ਤੱਕ ਪਿਛਲੇ ਹਿੱਸੇ ਵਿੱਚ ਸਾਂਝਾ ਕੀਤਾ ਸੀ। ਅੱਜ ਦੇ ਇਸ ਹਿੱਸੇ ਵਿੱਚ ਆਪਾਂ 21 ਨੰਬਰ ਅੰਗ ਤੋਂ ਸੰਥਾ ਨੂੰ ਆਰੰਭ ਕਰਦੇ ਹਾਂ ਜੀ। ਸ਼ਬਦ ਹੈ ਸ੍ਰੀ ਰਾਗ ਮਹਲਾ ਪਹਿਲਾ। ਇਹ ਮਨੋ ਮੂਰਖ ਲੋਭੀਆ, ਲੋਭੇ ਲੱਗਾ ਲੋਭਾਨ। ਇਹ ਮਨੋ ਮੂਰਖ ਲੋਭੀਆ, ਇਹ ਈੜੀ ਨੂੰ ਲਾਵਾਂ ਹਾਹੀ ਨੂੰ ਔਂਕੜ ਲੱਗਿਆ ਹੋਇਆ ਹੈ। ਇਹਨੂੰ ਆਮ ਪਾਠੀ ਇਹੋ ਪੜ੍ਹਦੇ ਹਨ, ਪਰ ਗੁਰਬਾਣੀ ਵਿਆਕਰਨ ਦਾ ਨੇਮ ਦੱਸਦਾ ਹੈ ਕਿ ਇੱਥੇ ਹਾਹੇ ਨੂੰ ਔਂਕੜ ਇਸ ਦੇ ਇੱਕ ਵਚਨ ਪੁਲਿੰਗ ਹੋਣ ਦਾ ਸੂਚਕ ਆ, ਜਿਸ ਕਰਕੇ ਹਾਹੇ ਨੂੰ ਔਂਕੜ ਲੱਗਾ ਹੋਇਆ ਵਾ। ਤੇ ਇਹ ਜਿਹੜਾ ਹਾਹੇ ਦਾ ਔਂਕੜ ਹੈ ਇਹ ਉਚਾਰਨ ਦਾ ਹਿੱਸਾ ਨਹੀਂ ਹੈ, ਬਲਕਿ ਇਸ ਦੇ ਕਾਰਕੀ ਚਿੰਨ ਵਜੋਂ ਆਇਆ ਹੈ। ਤੇ ਆਪਾਂ ਪਾਠ ਕਰਾਂਗੇ ਇਹ ਮਨੋ ਮੂਰਖ ਲੋਭੀਆ। ਲੋਭੀਆਂ ਨਹੀਂ ਪੜਾਂਗੇ ਆਪਾਂ, ਬਿਨਾਂ ਬਿੰਦੀ ਤੋਂ ਲੋਭੀਆ। ਲੋਭੇ ਲੱਗਾ ਲੋਭਾਨ। ਲੋਭਾਨ ਸ਼ਬਦ ਦਾ ਪਾਠ ਤੁਸੀਂ ਆਪਣੀ ਪੋਥੀ ਸਾਹਿਬ ਦੇ ਉੱਪਰ ਦਰਸ਼ਨ ਕਰੋ। ਲੱਲੇ ਨੂੰ ਹੋੜਾ ਨਾਲ ਔਂਕੜ, ਭੱਬੇ ਨੂੰ ਕੰਨਾ, ਨੰਨੇ ਨੂੰ ਔਂਕੜ, ਏਦਾਂ ਆ। ਜਾਣੀ ਲੋਭਾਨ ਦੇ ਲੱਲੇ ਨੂੰ ਦੋ ਮਾਤਰਾਵਾਂ ਲੱਗੀਆਂ ਹੋਈਆਂ, ਹੋੜਾ ਵੀ ਹੈ ਤੇ ਔਂਕੜ ਵੀ ਹੈ। ਹੁਣ ਇਹ ਦੋ ਮਾਤਰਾਵਾਂ ਇਸ ਲਈ ਲਾਈਆਂ ਗਈਆਂ ਨੇ ਸਾਧ ਸੰਗਤ ਤਾਂ ਕਿ ਸ਼ਬਦ ਦਾ ਉਚਾਰਨ ਵੀ ਠੀਕ ਰੱਖਿਆ ਜਾ ਸਕੇ ਔਰ ਜੋ ਪਿੰਗਲ ਦੀਆਂ ਮਾਤਰਾਵਾਂ ਹਨ ਉਹਨਾਂ ਦਾ ਵੀ ਧਿਆਨ ਰੱਖਿਆ ਜਾ ਸਕੇ। ਸ਼ੁੱਧ ਰੂਪ ਦੇ ਵਿੱਚ ਸ਼ਬਦ ਨੂੰ ਪੜ੍ਹਿਆ ਜਾਵੇਗਾ ਲੋਭਾਨ, ਲੱਲੇ ਨੂੰ ਹੋੜਾ, ਲੋਭਾਨ, ਏਦਾਂ। ਪਰ ਇੱਥੇ ਆਪਾਂ ਜੋ ਇਸ ਦਾ ਪਾਠ ਹੈ ਉਹ ਔਂਕੜ ਨਾਲ ਕਰਾਂਗੇ, ਲੁਭਾਨ, ਏਦਾਂ ਕਰਕੇ। ਇੱਥੇ ਆਪਾਂ ਹੋੜਾ ਵਾਲੀ ਦੀਰਘ ਮਾਤਰਾ ਆ ਜਿਹੜੀ ਉਹਨੂੰ ਨਾ ਵਰਤ ਕੇ ਔਂਕੜ ਵਾਲੀ ਲਘੂ ਮਾਤਰਾ ਦਾ ਇਸਤੇਮਾਲ ਕਰਾਂਗੇ। ਇਹ ਸੇਧ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਗੁਰਬਾਣੀ ਦਰਪਣ ਦੇ ਅੰਦਰ ਦਿੱਤੀ ਹੋਈ ਹੈ, ਜਿੱਥੇ ਦੋ ਮਾਤਰੇ, ਦੋ ਲਗਾਂ ਇੱਕ ਸ਼ਬਦ ਨੂੰ ਆ ਜਾਂਦੀਆਂ ਨੇ, ਔਂਕੜ ਤੇ ਹੋੜਾ। ਉੱਥੇ ਆਪਾਂ ਨੇ ਇਹ ਵੇਖਣਾ ਹੁੰਦਾ ਹੈ ਕਿ ਸ਼ਬਦ ਦਾ ਜੋ ਸ਼ੁੱਧ ਰੂਪ ਆ ਉਹ ਔਂਕੜ ਨਾਲ ਬਣਦਾ ਹੈ ਕਿ ਹੋੜੇ ਨਾਲ ਬਣਦਾ। ਜਿਵੇਂ ਬਣਦਾ ਆਪਾਂ ਉਸ ਤੋਂ ਉਲਟ ਪਾਠ ਕਰਨਾ ਹੁੰਦਾ। ਇਹਦਾ ਮਤਲਬ ਇਹ ਨਹੀਂ ਕਿ ਆਪਾਂ ਅਸ਼ੁੱਧ ਪੜ੍ਹਨਾ, ਨਹੀਂ। ਇਹਦਾ ਮਤਲਬ ਇਹ ਹੈ ਕਿ ਆਪਾਂ ਨੂੰ ਗੁਰੂ ਸਾਹਿਬ ਨੇ ਹਦਾਇਤ ਦਿੱਤੀ ਹੈ ਸ਼ਬਦ ਦਾ ਮੂਲ ਰੂਪ ਕੀ ਹੈ ਤੇ ਪਿੰਗਲ ਮਾਤਰਾ ਦਾ ਧਿਆਨ ਰੱਖਦੇ ਹੋਏ ਇਸ ਦਾ ਪਾਠ ਕੀ ਕਰਨਾ। ਸੋ ਇੱਥੇ ਆਪਾਂ ਪਾਠ ਕਰਾਂਗੇ ਲੁਭਾਨ ਔਂਕੜ ਦੇ ਨਾਲ। ਸ਼ਬਦ ਨਾ ਭੀਜੈ ਸਾਕਤਾ, ਦੁਰਮਤ ਆਵਨ ਜਾਨ। ਸ਼ਬਦ ਨਾ ਭੀਜੈ ਸਾਕਤਾ, ਇਹਨੂੰ ਆਪਾਂ ਪੜਾਂਗੇ ਸ਼ਬਦ। ਦੱਦੇ ਨੂੰ ਸਿਹਾਰੀ ਹੈ, ਕਾਰਕੀ ਚਿੰਨ ਹੈ, ਮਤਲਬ ਸ਼ਬਦ ਦੇ ਵਿੱਚ ਮਨ ਲੋਭ ਨਾਲ ਰਤਿਆ ਹੋਇਆ ਭਿੱਜਦਾ ਨਹੀਂ ਆ। ਸ਼ਬਦ ਨਾ ਭੀਜੈ ਸਾਕਤਾ, ਦੁਰਮਤ ਆਵਨ ਜਾਨ। ਸਾਕਤਾ ਦੇ ਉੱਪਰ ਆਪਾਂ ਵਿਸ਼ਰਾਮ ਦੇਾਂਗੇ। ਸਾਧੂ ਸਤਗੁਰ ਜੇ ਮਿਲੈ, ਤਾਂ ਪਾਈਐ ਗੁਣੀ ਨਿਧਾਨ। ਸਾਧੂ ਸਤਗੁਰ ਜੇ ਮਿਲੈ, ਮਿਲੈ, ਇਹਨੂੰ ਮਿਲੇ ਨਹੀਂ ਪੜਾਂਗੇ, ਮਿਲੈ ਦੋ ਲਾਵਾਂ ਨਾਲ। ਤਾਂ ਪਾਈਐ ਗੁਣੀ ਨਿਧਾਨ, ਇੱਥੇ ਆਪਾਂ ਤਾ ਨਹੀਂ ਪੜਾਂਗੇ, ਤਾਂ ਪੜਾਂਗੇ, ਕਿਉਂਕਿ ਯੋਜਕੀ ਰੂਪ ਹੈ, ਇਹ ਪੜਨਾਮੀ ਰੂਪ ਨਹੀਂ ਹੈ। ਤਾਂ ਪਾਈਐ ਗੁਣੀ ਨਿਧਾਨ। ਮਨ ਰੇ ਹਉਮੈ ਛੋੜ ਗੁਮਾਨ, ਮਨ ਰੇ
इथे विश्राम, क्योंकि संबोधनी कारक है रे। मन रे, इथे विश्राम आएगा। हौमै छोड़ गुमान, हर सतगुर हर गुर सतगुर सेव तू, पावैं दरगाह मान रहाओ। हर गुर सरवर सेव तू, सरवर माफ करना, पहले मैं तो सतगुर पढ़िया गया सी। हर गुर सरवर सेव तू, ਸਰਵਰ ਦਾ ਮਤਲਬ ਹੁੰਦਾ ਸਰੋਵਰ। ਇਹਨੂੰ ਅੰਤ ਵਿੱਚ ਔਂਕੜ ਇਹਦੇ ਇੱਕ ਵਚਨ ਪੁਲਿੰਗ ਹੋਣ ਦੀ ਸੂਚਕ ਆ। ਹਰ ਗੁਰ ਸਰਵਰ ਸੇਵ ਤੂੰ, ਪਾਵੈਂ ਦਰਗਾਹ ਮਾਨ ਰਹਾਓ। ਪਾਵੈਂ ਮਤਲਬ ਪ੍ਰਾਪਤ ਕਰ ਲਵੇਂਗਾ। ਮੱਧਮ ਪੁਰਖ ਦੀ ਕਿਰਿਆ ਹੈ, ਬਹੁਵਚਨੀ ਹੈ, ਤਾਂ ਆਪਾਂ ਇਸ ਦਾ ਪਾਠ ਪਾਵੈਂ ਇਦਾਂ ਕਰਾਂਗੇ। ਦਰਗਾਹ ਮਾਨ, ਇਹਨੂੰ ਦਰਗਾਹ ਨਹੀਂ ਪੜਾਂਗੇ, ਦਰਗਾਹ ਮਾਨ ਰਹਾਓ। राम नाम जप दिन सरात, राम नाम जप दिन सरात विश्राम। गुरमुख हर धन जान, जप दे पप्पे नूं सिहारी है। एक किरिया बन जाती है, उपदेशात्मक किरिया है, ते ਇਹ ਸੰਭਾਵੀ ਭਵਿੱਖਤ ਕਾਲ ਦੀ ਕਿਰਿਆ। ਇਹਨੂੰ ਹੁਕਮੀ ਰੂਪ ਦੇ ਵਿੱਚ ਆਪਾਂ ਲੈ ਲਵਾਂਗੇ। ਤੇ ਇੱਥੇ ਗੁਰੂ ਸਾਹਿਬ ਆਪਾਂ ਨੂੰ ਹੁਕਮ ਕਰ ਰਹੇ ਨੇ ਜਪਿਆ ਕਰ, ਜਪਿਆ ਕਰ। ਇਸ ਲਈ ਜਪ ਦੇ ਪੱਪੇ ਨੂੰ ਸਿਹਾਰੀ ਲੱਗੀ ਹੋਈ ਹੈ। ਰਾਮ ਨਾਮ ਜਪ ਦਿਨ ਸਰਾਤ ਵਿਸ਼ਰਾਮ। ਗੁਰਮੁਖ ਹਰ ਧਨ ਜਾਨ, ਗੁਰਮੁਖ ਹਰ ਧਨ ਜਾਨ ਇਦਾਂ ਪੜਾਂਗੇ। ਸਭ ਸੁਖ ਹਰ ਰਸ ਭੋਗਣੇ, ਸੰਤ ਸਭਾ ਮਿਲ ਗਿਆਨ। ਨਿਤ ਅਹਨਿਸ ਹਰ ਪ੍ਰਭ ਸੇਵਿਆ, ਸਤਿਗੁਰ ਦੀਆ ਨਾਮ ਸੇਵਿਆ। ਇੱਥੇ ਵਿਸ਼ਰਾਮ। ਸਤਿਗੁਰ ਦੀਆ ਨਾਮ, ਸਤਿਗੁਰ ਦੇ ਰਾਰੇ ਨੂੰ ਸਿਹਾਰੀ ਹੈ, ਇਹ ਕਾਰਕ ਬਣ ਜਾਂਦਾ ਹੈ, ਮਤਲਬ ਸਤਿਗੁਰ ਨੇ, ਕਰਤਾ ਕਾਰਕ। ਦੀਆ ਨਾਮ, ਨਾਮ ਦੇ ਮਾਂ ਨੂੰ ਔਂਕੜ ਹੈ, ਇੱਕ ਵਚਨ ਪੁਲਿੰਗ ਹੋਣ ਦੀ ਸੂਚਕ ਹੈ। ਸਤਿਗੁਰ ਦੀਆ ਨਾਮ। ਕੂਕਰ ਕੂੜ ਕਮਾਈਐ, ਕਮਾਈਐ, ਇਹਨੂੰ ਕਮਾਈਏ ਨਹੀਂ ਪੜਾਂਗੇ, ਕਮਾਈਐ। ਗੁਰ ਨਿੰਦਾ ਪਚੈ ਪਚਾਨ, ਭਰਮੇ ਭੂਲਾ ਦੁੱਖ ਘਣੋ। ਜਮ ਮਾਰ ਕਰੈ ਖੁਲਹਾਨ, ਭਰਮੇ ਭੂਲਾ ਦੁੱਖ ਘਣੋ। ਜਮ ਮਾਰ ਕਰੈ ਖੁਲਹਾਨ। ਮਨਮੁਖ ਸੁਖ ਨਾ ਪਾਈਐ, ਇੱਥੇ ਵਿਸ਼ਰਾਮ। ਗੁਰਮੁਖ ਸੁਖ ਸੁਭਾਨ, ਐਥੈ ਧੰਦ ਪਿਟਾਈਐ। ਸੱਚ ਲਿਖਤ ਪ੍ਰਵਾਨ, ਪਿਟਾਈਐ, ਇੱਥੇ ਵਿਸ਼ਰਾਮ। ਹਰ ਸੱਜਣ ਗੁਰ ਸੇਮ ਦਾ, ਗੁਰ ਕਰਨੀ ਪ੍ਰਧਾਨ। ਹਰ ਸੱਜਣ ਗੁਰ ਸੇਮ ਦਾ, ਇਹਨੂੰ ਸੇਵ ਦਾ ਨਹੀਂ ਪੜਾਂਗੇ, ਸੇਮ ਦਾ, ਕਿਉਂਕਿ ਵਰਤਮਾਨ ਕਿਰਦੰਤ ਆ, ਵਰਤਮਾਨ ਕਿਰਦੰਤ ਆ। ਇਹਦਾ ਅਰਥ ਬਣਦਾ ਹੈ ਸਿਮਰਦਾ ਹੈ। ਹਰ ਸੱਜਣ ਗੁਰ ਸੇਮ ਦਾ, ਗੁਰੂ ਹਰ ਸੱਜਣ ਮਤਲਬ ਰੱਬ ਜੀ ਨੂੰ ਸਿਮਰਦਾ ਹੈ। ਗੁਰ ਕਰਨੀ ਪ੍ਰਧਾਨ, ਗੁਰੂ ਜੀ ਦੀ ਇਹ ਕਰਨੀ ਪ੍ਰਧਾਨ ਆ, ਸ਼੍ਰੋਮਣੀ ਆ, ਉੱਤਮ ਹੈ। ਸੋ ਪਾਠ ਦਾ ਧਿਆਨ ਰੱਖਣਾ, ਉਚਾਰਨ ਦਾ ਧਿਆਨ ਰੱਖਣਾ, ਵਿਸ਼ਰਾਮ ਦਾ ਧਿਆਨ ਰੱਖਣਾ। ਹਰ ਸੱਜਣ ਗੁਰ ਸੇਮ ਦਾ, ਗੁਰ ਕਰਨੀ ਪ੍ਰਧਾਨ। ਨਾਨਕ ਨਾਮ ਨ ਵੀਸਰੈ, ਕਰਮ ਸੱਚੈ ਨਿਸ਼ਾਨ। ਨਾਨਕ ਵਿਸ਼ਰਾਮ, ਇਹ ਸਵੈ ਸੰਬੋਧਨੀ ਸ਼ਬਦ ਹੈ, ਗੁਰੂ ਸਾਹਿਬ ਦਾ ਆਪਣੇ ਲਈ ਰੱਖਿਆ ਹੋਇਆ। ਨਾਮ ਨਾ ਵੀਸਰੈ, ਵੀਸਰੇ ਨਹੀਂ ਪੜਨਾ, ਵੀਸਰੈ। ਕਰਮ ਸੱਚੈ ਨਿਸ਼ਾਨ, ਸੱਚੈ ਪੜਨਾ, ਸੱਚੇ ਨਹੀਂ ਪੜਨਾ। ਇਹ ਇੱਕ ਲਾ ਨਹੀਂ ਪੜਨੀ, ਦੋ ਲਾਵਾਂ ਪੜਨੀਆਂ ਹਨ। ਸੱਚੈ ਨਿਸ਼ਾਨ, ਨਿਸ਼ਾਨ ਦੇ ਸੱਸੇ ਪੈਰ ਬਿੰਦੀ ਲਾ ਕੇ ਪੜਾਂਗੇ। ਸ੍ਰੀ ਰਾਗ ਮਹਲਾ ਪਹਿਲਾ। ਇੱਕ ਤਿਲ ਪਿਆਰਾ ਵੀਸਰੈ ਵਿਸ਼ਰਾਮ। ਰੋਗ ਵੱਡਾ ਮਨ ਮਾਹਿ, ਰੋਗ ਵੱਡਾ ਮਨ ਮਾਹਿ। ਮਮੇ ਨੂੰ ਜਿਹੜਾ ਹੈ ਕੰਨੇ ਦੀ ਮਾਤਰਾ ਆ ਤੇ ਹਾਹੇ ਨੂੰ ਸਿਹਾਰੀ ਹੈ। ਹਾਹੇ ਨੂੰ ਸਿਹਾਰੀ ਲਘੂ ਮਾਤਰਾ ਆ ਤੇ ਇਹ ਨਾਸਕੀ ਹੋ ਜਾਏਗੀ, ਮਾਹਿ। ਸੋ ਇਦਾਂ ਇਹਦਾ ਪਾਠ ਪੜਿਆ ਜਾਵੇਗਾ। ਕਿਉਂ ਦਰਗਾਹ ਪਤ ਪਾਈਐ, ਜਾਂ ਹਰ ਵਸੈ ਮਨ ਮਾਹਿ। ਕਿਉਂ ਦਰਗਾਹ ਪਤ ਪਾਈਐ, ਇਹਨੂੰ ਵੀ ਦਰਗਾਹ ਨਹੀਂ ਪੜਨਾ, ਦਰਗਾਹ ਪਤ ਪਾਈਐ। ਜਾਂ ਹਰ ਨਾ ਵਸੈ ਮਨ ਮਾਹਿ, ਹਰ ਨਾ ਵਸੈ ਮਨ ਮਾਹਿ। ਨਾ ਮਤਲਬ ਨੰਨਾ ਇੱਥੇ ਮੁਕਤਾ ਲਿਖਿਆ ਹੋਇਆ ਵਾ,
ਤੇ ਨੰਨਾ ਮੁਕਤਾ ਨੂੰ ਪ੍ਰੋਪਰ ਨਾ ਇਦਾਂ ਨਹੀਂ ਪੜ੍ਹਨਾ, ਲਮਕਾ ਕੇ ਮਤਲਬ ਦੀਰਘ ਮਾਤਰਾ 'ਚ ਪਾਠ ਨਹੀਂ ਕਰਨਾ। ਇਹਨੂੰ ਲਘੂ ਮਾਤਰਾ ਰੂਪ ਦੇ ਵਿੱਚ ਰੱਖਣ ਦੇ ਲਈ ਗੁਰੂ ਸਾਹਿਬ ਨੇ ਨਾ ਦਾ ਨੰਨਾ ਮੁਕਤਾ ਰੱਖਿਆ ਹੋਇਆ ਵਾ। ਸੋ ਆਪਾਂ ਪੜਾਂਗੇ, ਜਾਂ ਹਰ ਨਾ ਵਸੈ ਮਨ ਮਾਹ, ਗੁਰ ਮਿਲਿਆ ਸੁਖ ਪਾਈਐ, ਇਥੇ ਵਿਸ਼ਰਾਮ, ਅਗਨ ਮਰੈ ਗੁਣ ਮਾਹ, ਮਨ ਰੇ ਅਹਨਿਸ ਹਰ ਗੁਣ ਸਾਰ, ਮਨ ਰੇ, ਇਥੇ ਵਿਸ਼ਰਾਮ, ਅਹਨਿਸ ਹਰ ਗੁਣ ਸਾਰ, ਜਿਨ ਖਿਨ ਪਲ ਨਾਮ ਨ ਵਿਸਰੈ, ਤੇ ਜਨ ਵਿਰਲੇ ਸੰਸਾਰ ਰਹਾਉ। ਜਿਨ ਖਿਨ ਪਲ ਨਾਮ ਨ ਵਿਸਰੈ, ਨ ਵਿਸਰੈ ਬਸ ਇੰਨਾ ਹੀ, ਤੇ ਜਨ ਵਿਰਲੇ ਸੰਸਾਰ, ਸੰਸਾਰ ਦੇ ਰਾਰੇ ਨੂੰ ਸਿਹਾਰੀ ਹੈ, ਕਾਰਕੀ ਚੰਨਿਆ, ਅਧਿਕਰਨ ਕਾਰਕ ਹੈ। ਇਹਦਾ ਅਰਥ ਬਣਦਾ ਹੈ ਸੰਸਾਰ ਅੰਦਰ। ਜੋਤ ਜੋਤੀ ਜੋਤ ਮਿਲਾਈ ਹੈ, ਸੁਰਤੀ ਸੁਰਤ ਸੰਜੋਗ, ਜੋਤੀ ਜੋਤ ਮਿਲਾਈ ਹੈ, ਇਥੇ ਵਿਸ਼ਰਾਮ ਦੇਣਾ, ਸੁਰਤੀ ਸੁਰਤ ਸੰਜੋਗ, ਹਿੰਸਾ ਹਉਮੈ ਗਤ ਗਏ, ਹਿੰਸਾ ਹਉਮੈ ਗਤ ਗਏ, ਨਾਹੀ ਸਹਸਾ ਸੋਗ, ਇਹਦਾ ਪਾਠ ਕਰਨਾ। ਗੁਰਮੁਖ ਜਿਸ ਹਰ ਮਨ ਵਸੈ, ਤਿਸ ਮੇਲੇ ਗੁਰ ਸੰਜੋਗ, ਵਸੈ ਤੇ ਵਿਸ਼ਰਾਮ ਦੇਣਾ, ਤਿਸ ਮੇਲੇ ਗੁਰ ਸੰਜੋਗ, ਤਿਸ ਦੇ ਸੱਸੇ ਨੂੰ ਤੇ ਗੁਰ ਦੇ ਰਾਰੇ ਨੂੰ ਔਂਕੜ ਹੈ, ਇਹਨਾਂ ਦੇ ਇੱਕ ਵਚਨ ਹੋਣ ਦਾ ਸੂਚਕ ਆ। ਤਿਸ ਮੇਲੇ ਗੁਰ ਸੰਜੋਗ, ਕਾਇਆ ਕਾਮਨ ਜੇ ਕਰੀ, ਭੋਗੇ ਭੋਗਣ ਹਾਰ, ਇਹਦਾ ਪਾਠ ਕਰਨਾ। ਤਿਸ ਸਿਉ ਨੇਹ ਨ ਕੀਜਈ, ਜੋ ਦੀਸੈ ਚੱਲਣ ਹਾਰ, ਕੀਜਈ ਇਥੇ ਵਿਸ਼ਰਾਮ ਦੇਣਾ। ਗੁਰਮੁਖ ਰਵੈ ਸੁਹਾਗਣੀ, ਸੋ ਪ੍ਰਭ ਸੇਜ ਪਧਾਰ, ਗੁਰਮੁਖ ਖਖੇ ਨੂੰ ਸਿਹਾਰੀ ਹੈ, ਇਹਦਾ ਆਪਾਂ ਉਚਾਰਨ ਨਹੀਂ ਕਰਾਂਗੇ, ਇਹਦੀ ਕਾਰਕੀ ਚਿੰਨ ਵਜੋਂ ਆਈ ਹੈ। ਗੁਰਮੁਖ ਰਵੈ ਸੁਹਾਗਣੀ, ਸੋ ਪ੍ਰਭ ਸੇਜ ਪਧਾਰ, ਚਾਰੇ ਅਗਨ ਨਿਵਾਰ ਮਰ, ਗੁਰਮੁਖ ਹਰ ਜਲ ਪਾਏ, ਚਾਰੇ ਅਗਨ ਨਿਵਾਰ ਮਰ, ਨਿਵਾਰ ਦੇ ਰਾਰੇ ਨੂੰ ਸਿਹਾਰੀ ਹੈ। ਇਹ ਪੂਰਵ ਪੂਰਨ ਕਿਰਦੰਤ ਬਣ ਜਾਂਦਾ ਹੈ, ਅਰਥ ਬਣਦਾ ਹੈ ਨਿਵਾਰ ਕੇ, ਖਤਮ ਕਰਕੇ। ਚਾਰੇ ਅਗਨ ਨਿਵਾਰ ਮਰ, ਗੁਰਮੁਖ ਹਰ ਜਲ ਪਾਏ, ਅੰਤਰ ਕਮਲ ਪ੍ਰਗਾਸਿਆ, ਅੰਮ੍ਰਿਤ ਭਰਿਆ ਅਗਾਏ, ਅੰਤਰ ਕਮਲ ਪ੍ਰਗਾਸਿਆ, ਪੱਪੇ ਦੇ ਪੈਰ ਚ ਰਾਰਾ ਆ, ਪ੍ਰਗਾਸਿਆ, ਇਸ ਲਈ ਆਪਾਂ ਇਸ ਦਾ ਉਚਾਰਨ ਰਾਰਾ ਜਿਹੜਾ ਹੈ ਪੱਪੇ ਦੇ ਪੈਰ ਵਿੱਚ ਹੀ ਕਰਾਂਗੇ, ਪ੍ਰਗਾਸਿਆ। ਇਹਨੂੰ ਪ੍ਰੋਪਰ ਪਾਰਗਾਸਿਆ ਨਹੀਂ ਪੜਾਂਗੇ, ਪਾਰਗਾਸਿਆ ਨਹੀਂ ਪੜਾਂਗੇ ਆਪਾਂ, ਰਾਰਾ ਅੱਧਾ ਹੈ, ਪੱਪੇ ਦੇ ਪੈਰ ਵਿੱਚ ਹੈ, ਇਹਦਾ ਉੱਥੇ ਹੀ ਉਚਾਰਨ ਆਪਾਂ ਕਰਾਂਗੇ, ਪ੍ਰਗਾਸਿਆ। ਅੰਮ੍ਰਿਤ ਭਰਿਆ ਅਗਾਏ, ਨਾਨਕ ਸਤਿਗੁਰ ਮੀਤ ਕਰ, ਨਾਨਕ ਵਿਸ਼ਰਾਮ, ਸਤਿਗੁਰ ਮੀਤ ਕਰ, ਸੱਚ ਪਾਵੈ ਦਰਗਾਹ ਜਾਏ, ਸੱਚ ਪਾਵੈ ਦਰਗਾਹ ਜਾਏ। ਸ੍ਰੀ ਰਾਗ ਮਹਲਾ ਪਹਿਲਾ। ਹਰ ਹਰ ਜਪੋ ਪਿਆਰਿਆ, ਗੁਰਮਤਿ ਲੈ ਹਰ ਬੋਲ, ਹਰ ਹਰ ਜਪੋ ਪਿਆਰਿਆ, ਜਪੋ ਮਤਲਬ ਹਾਹੇ ਨੂੰ ਜਿਹੜਾ ਔਂਕੜ ਲੱਗਿਆ ਹੋਇਆ ਹੈ, ਇਹਨੂੰ ਆਪਾਂ ਹੋੜੇ ਵੱਲ ਨਹੀਂ ਲੈ ਕੇ ਜਾਣਾ, ਜਪ ਹੋ ਏਦਾਂ ਪਾਠ ਨਹੀਂ ਕਰਨਾ। ਹਰ ਹਰ ਜਪੋ ਪਿਆਰਿਆ, ਪੱਪੇ ਨੂੰ ਹੋੜਾ ਲੱਗ ਜਾਏਗਾ ਤੇ ਹਾਹੇ ਦੀ ਜਿਹੜੀ ਧੁਨੀ ਹੈ ਉਹ ਅੱਧੀ ਰਹਿ ਜਾਏਗੀ, ਜਪੋ ਇਦਾਂ। ਪਿਆਰਿਆ ਗੁਰਮਤਿ ਲੈ ਹਰ ਬੋਲ, ਮਨ ਸੱਚ ਕਸਵੱਟੀ ਲਾਈਐ, ਮਨ ਵਿਸ਼ਰਾਮ ਦੇ ਕੇ, ਸੱਚ ਕਸਵੱਟੀ ਲਾਈਐ, ਤੁਲੀਐ ਪੂਰੈ ਤੋਲ, ਕੀਮਤ ਕਿਨੈ ਨ ਪਾਈਐ, ਰਿੱਧ ਮਾਨਕ ਮੋਲ ਅਮੋਲ, ਰਿੱਧ ਮਾਨਕ ਮੋਲ ਅਮੋਲ, ਮੋਲ ਤੇ ਅਮੋਲ ਦੇ ਅੰਤ ਵਿੱਚ ਸਿਹਾਰੀ ਲੱਗੀ ਹੋਈ ਹੈ, ਕਾਰਕੀ ਚਿੰਨ ਹੈ, ਉਚਾਰਨ ਦਾ ਹਿੱਸਾ ਨਹੀਂ ਹੈ। ਭਾਈ ਰੇ ਹਰ ਹੀਰਾ ਗੁਰਮਾਹਿ, ਭਾਈ ਰੇ ਵਿਸ਼ਰਾਮ, ਹਰ ਹੀਰਾ ਗੁਰਮਾਹਿ, ਸਤ ਸੰਗਤ ਸਤਿਗੁਰ ਪਾਈਐ, ਅਹਨਿਸ ਸ਼ਬਦ ਸਲਾਹ, ਸਤ ਸੰਗਤ ਸਤਿਗੁਰ ਪਾਈਐ, ਇਥੇ ਵਿਸ਼ਰਾਮ, ਅਹਨਿਸ ਸ਼ਬਦ ਸਲਾਹ ਰਹਾਉ।
ਸਲਾਹ ਹਾਹੇ ਨੂੰ ਸਿਹਾਰੀ ਹੈ, ਆਪਾਂ ਇਹਦਾ ਉਚਾਰਨ ਸਲਾਹੇ ਨਹੀਂ ਕਰਾਂਗੇ। ਅਹਨਿਸ ਸ਼ਬਦ ਸਲਾਹ, ਸਲਾਹੁਣਾ, ਸਿਫਤ ਕਰਨੀ। ਸਿਹਾਰੀ ਇਸ ਦੀ ਕਾਰਕੀ ਚਿੰਨ੍ਹ ਹੈ, ਇਸਤਰੀ ਲਿੰਗ ਰੂਪ ਵਜੋਂ ਆਈ ਹੈ। ਸਲਾਹ ਕਰੀਦੀ ਹੈ, ਸਲਾਹ ਕਰਿਆ ਨਹੀਂ ਜਾਂਦਾ। ਸਿਫਤ ਸਲਾਹੁਣਾ ਕਰੀ ਜਾਂਦੀ ਹੈ। ਸੋ ਇਸ ਰੂਪ ਦੇ ਵਿੱਚ ਇਸ ਦੇ ਜੋ ਇਸਤਰੀ ਲਿੰਗ ਨਾਮ ਹੋਣ ਦੀ ਸੂਚਕ ਦੇ ਵਜੋਂ ਹਾਹੇ ਨੂੰ ਸਿਹਾਰੀ ਅੰਤ ਵਿੱਚ ਲਾਈ ਹੋਈ ਹੈ। ਰਹਾਓ। ਸੱਚ ਵਖਰ ਧਨ ਰਾਸ ਲੈ, ਪਾਈਐ ਗੁਰ ਪ੍ਰਗਾਸ। ਸੱਚ ਵਖਰ ਧਨ ਰਾਸ ਲੈ, ਪਾਈਐ ਗੁਰ ਪ੍ਰਗਾਸ। ਜਿਉ ਅਗਨ ਮਰੈ ਜਲ ਪਾਈਐ, ਤਿਉ ਤ੍ਰਿਸ਼ਨਾ ਦਾਸਨ ਦਾਸ। ਜਿਉ ਅਗਨ ਮਰੈ, ਵਿਸ਼ਰਾਮ, ਜਲ ਪਾਇਐ, ਵਿਸ਼ਰਾਮ, ਪਾਇਐ, ਵਿਸ਼ਰਾਮ। ਤਿਉ ਤ੍ਰਿਸ਼ਨਾ ਦਾਸਨ ਦਾਸ। ਤ੍ਰਿਸ਼ਨਾ, ਤ੍ਰਿਸ਼ਨਾ ਪੜ੍ਹਨਾ ਆਪਾਂ ਇਹਨੂੰ, ਤਿਰਸਨਾ ਨਹੀਂ ਪੜ੍ਹਨਾ ਹੈਗਾ। ਜਦੋਂ ਪੈਰ ਵਿੱਚ ਅੱਖਰ ਦੇ ਕੋਈ ਅੱਧਾ ਅੱਖਰ ਆ ਜਾਂਦਾ, ਜਿਵੇਂ ਇੱਥੇ ਰਾਰਾ ਆ ਗਿਆ ਤੱਤੇ ਦੇ ਪੈਰ 'ਚ, ਤੇ ਤੱਤੇ ਨੂੰ ਸਿਹਾਰੀ ਆ ਗਈ, ਇਹ ਜਿਹੜੀ ਸਿਹਾਰੀ ਹੈ ਨਾ, ਇਹ ਫਿਰ ਰਾਰੇ ਨੂੰ ਜਾ ਲੱਗੇਗੀ, ਤੱਤਾ ਮੁਕਤਾ ਹੋ ਜਾਏਗਾ। ਇਹਨੂੰ ਤਿਰਸਣਾ ਇਹਦਾ ਨਹੀਂ ਪੜ੍ਹਨਾ, ਤ੍ਰਿਸ਼ਨਾ ਪੜ੍ਹਨਾ ਆ। ਰਾਰੇ ਨੂੰ ਸਿਹਾਰੀ ਲੱਗੇਗੀ ਤੇ ਉਹ ਵੀ ਅੱਧੀ ਹੋ ਕੇ, ਕਿਉਂਕਿ ਰਾਰਾ ਅੱਧਾ ਆ। ਇਹ ਭਾਸ਼ਾ ਦਾ ਆਪਣਾ ਇੱਕ ਨਿਯਮ ਹੈ। ਤ੍ਰਿਸ਼ਨਾ ਦਾਸਨ ਦਾਸ, ਜਮ ਜੰਦਾਰ ਨ ਲੱਗਈ, ਜਮ ਜੰਦਾਰ ਨ ਲੱਗਈ। ਇਉਂ ਭਉ ਜਲ ਤਰੈ ਤਰਾਸ, ਇਉਂ ਭਉ ਜਲ ਤਰੈ ਤਰਾਸ। ਭਉ ਜਲ, ਭੱਬਾ ਊੜੇ ਨੂੰ ਔਂਕੜ, ਜੱਜਾ ਲੱਲੇ ਨੂੰ ਔਂਕੜ। ਅੰਤ ਵਿੱਚ ਜੋ ਲੱਲੇ ਨੂੰ ਔਂਕੜ ਇੱਕ ਵਚਨ ਪੁਲਿੰਗ ਹੋਣ ਦਾ ਸੂਚਕ ਆ। ਭਉ ਜਲ ਤਰੈ ਤਰਾਸ, ਇਹਨੂੰ ਭਾਊ ਜਲ ਨਹੀਂ ਪੜ੍ਹਨਾ, ਭਉ ਜਲ। ਤਰੈ ਤਰਾਸ, ਤਰੈ ਪੜ੍ਹਨਾ ਹੈ, ਤਰੇ ਨਹੀਂ ਪੜ੍ਹਨਾ। ਗੁਰਮੁਖ ਕੂੜ ਨਾ ਭਾਵਈ, ਸੱਚ ਰਤੇ ਸੱਚ ਭਾਏ। ਸਾਕਤ ਸੱਚ ਨਾ ਭਾਵਈ, ਸਾਕਤ ਸੱਚ ਨਾ ਭਾਵਈ। ਕੂੜੈ ਕੂੜੀ ਪਾਏ, ਕੂੜੈ ਕੂੜੀ ਪਾਏ, ਪਾਏ ਪੜ੍ਹਨਾ ਹੈ ਇਸਨੂੰ। ਸੱਚ ਰਤੇ ਗੁਰ ਮੇਲਿਐ, ਸੱਚੇ ਸੱਚ ਸਮਾਹਿ। ਮਨ ਮਹਿ ਮਾਨਕ ਲਾਲ ਨਾਮ, ਮਨ ਮਹਿ ਮਾਨਕ ਲਾਲ ਨਾਮ। ਰਤਨ ਪਦਾਰਥ ਹੀਰ, ਸੱਚ ਵਖਰ ਧਨ ਨਾਮ ਹੈ। ਘਟ ਘਟ ਗਹਿਰ ਗੰਭੀਰ, ਸੱਚ ਵਖਰ ਧਨ ਨਾਮ ਹੈ। ਘਟ ਘਟ ਗਹਿਰ ਗੰਭੀਰ, ਗਹਿਰ ਗੰਭੀਰ ਇਹਦਾ ਪਾਠ ਕਰਨਾ। ਨਾਨਕ ਗੁਰਮੁਖ ਪਾਈਐ, ਦਇਆ ਕਰੇ ਹਰਿ ਹੀਰ। ਨਾਨਕ ਗੁਰਮੁਖ ਪਾਈਐ, ਦਇਆ ਕਰੇ ਹਰਿ ਹੀਰ। ਪਾਈਐ ਤੇ ਵਿਸ਼ਰਾਮ ਦੇਣਾ। ਸ੍ਰੀ ਰਾਗ ਮਹਲਾ ਪਹਿਲਾ। ਭਰਮੇ ਭਾਹ ਨ ਵਿਝਵੈ, ਜੇ ਭਵੈ ਦਸ਼ੰਤਰ ਦੇਸ਼। ਭਰਮੇ ਭਾਹ ਨ ਵਿਝਵੈ, ਭਾਹ ਇਹਨੂੰ ਭਾਹੇ ਨਹੀਂ ਪੜ੍ਹਨਾ, ਭਾਹ। ਅੱਗ ਦੀ ਗੱਲ ਹੋ ਰਹੀ ਹੈ, ਭਾਹ ਦਾ ਅਰਥ ਹੁੰਦਾ ਅੱਗ ਪਿਆਰਿਓ। ਹਾਹੇ ਨੂੰ ਸਿਹਾਰੀ ਤੁਸੀਂ ਪੁੱਛੋਗੇ ਕਿਉਂ ਲਾਈ ਗਈ ਹੈ, ਕਾਰਕੀ ਚਿੰਨ੍ਹ ਹੈ, ਇਸ ਦੇ ਇਸਤਰੀ ਲਿੰਗ ਰੂਪ ਹੋਣ ਦੀ ਨਿਸ਼ਾਨੀ ਆ, ਤਾਂ ਕਰਕੇ ਹਾਹੇ ਨੂੰ ਸਿਹਾਰੀ ਲੱਗੀ ਹੋਈ ਹੈ। ਵਿਝਵੈ, ਜੇ ਭਵੈ ਦਸ਼ੰਤਰ ਦੇਸ਼, ਦੇਸ਼ ਪਾਠ ਕਰਨਾ ਆਪਾਂ। ਅੰਤਰ ਮੈਲ ਨ ਉਤਰੈ, ਧ੍ਰਿਗ ਜੀਵਨ ਧ੍ਰਿਗ ਵੇਸ। ਅੰਤਰ ਮੈਲ ਨ ਉਤਰੈ, ਨ ਉਤਰੈ, ਬਸ ਇੰਨਾ ਹੀ ਆਪਾਂ, ਨੰਨਾ ਮੁਕਤਾ ਨ ਉਤਰੈ, ਇੰਨਾ ਹੀ ਪਾਠ ਕਰਨਾ। ਧ੍ਰਿਗ ਜੀਵਨ ਧ੍ਰਿਗ ਵੇਸ, ਧ੍ਰਿਗ ਦਾ ਧਿਆਨ ਰੱਖਣਾ। ਕਈ ਪਾਠੀ ਪ੍ਰੇਮੀ ਜਾਨੀ ਨੂੰ ਧਿਰਗ ਕਹਿੰਦੇ ਆ। ਧਿਰਗ ਬਣਦਾ ਹੈ ਧੱਦੇ ਨੂੰ ਸਿਹਾਰੀ ਰਾਰਾ ਗੱਗਾ, ਤੇ ਇੱਥੇ ਧੱਦੇ ਦੇ ਪੈਰ ਚ ਰਾਰਾ ਆ ਤੇ ਧੱਦੇ ਨੂੰ ਸਿਹਾਰੀ ਆ। ਪਹਿਲਾਂ ਤ੍ਰਿਸ਼ਨਾ ਦੇ ਵਿੱਚ ਵੀ ਆਪਾਂ ਸਮਝ ਕੇ ਆਏ ਆ, ਜਦੋਂ ਪੈਰ ਅੱਖਰ ਆ ਜਾਵੇ ਤਾਂ ਜਿਸ ਅੱਖਰ ਦੇ ਪੈਰ ਵਿੱਚ ਅੱਖਰ ਹੈ ਉਹਨੂੰ ਲੱਗੀ ਹੋਈ ਮਾਤਰਾ, ਉਹ ਜਿਹੜਾ ਪੈਰ 'ਚ ਲੱਗਿਆ ਹੋਇਆ ਅੱਖਰ ਹੈ ਉਹਨੂੰ ਚਲੀ ਜਾਂਦੀ ਆ ਤੇ ਉਹ ਅੱਧੀ ਹੋ ਕੇ ਬੋਲੀ ਜਾਂਦੀ ਆ। ਇਸ ਲਈ ਆਪਾਂ ਇਹਨੂੰ ਧਿਰਗ ਨਹੀਂ ਪੜਾਂਗੇ, ਧ੍ਰਿਗ, ਧੱਦਾ ਮੁਕਤਾ ਪੜਿਆ ਜਾਏਗਾ। ਧ੍ਰਿਗ, ਧ੍ਰਿਗ ਜੀਵਨ ਧ੍ਰਿਗ ਵੇਸ। ਹੋਰ ਕਿਤੈ ਭਗਤ ਨ ਹੋਵਈ, ਵਿਸ਼ਰਾਮ, ਬਿਨ ਸਤਿਗੁਰ ਕੇ ਉਪਦੇਸ਼। ਮਨ ਰੇ ਗੁਰਮੁਖ ਅਗਨ ਨਿਵਾਰ। ਮਨ ਰੇ ਸੰਬੋਧਨੀ ਨਾਉ ਹੈ, ਵਿਸ਼ਰਾਮ ਦੇਾਂਗੇ ਰੇ ਤੇ। ਗੁਰਮੁਖ ਅਗਨ ਨਿਵਾਰ, ਗੁਰ ਕਾ ਕਹਿਆ ਮਨ ਵਸੈ। ਹਉਮੈ ਤ੍ਰਿਸ਼ਨਾ ਮਾਰ, ਰਹਾਉ। ਮਨ ਮਾਨਕ ਨਿਰਮੋਲ ਹੈ,
RAM ਨਾਮ ਪਤ ਪਾਏ, ਮਿਲ ਸਤ ਸੰਗਤ ਹਰ ਪਾਈਐ, ਗੁਰਮੁਖ ਹਰ ਲਿਵ ਲਾਏ। ਆਪ ਗਿਆ ਸੁਖ ਪਾਇਆ, ਮਿਲ ਸਲਲੈ ਸਲਲ ਸਮਾਏ। ਆਪ ਗਿਆ, ਜਦੋਂ ਸਾਡੇ ਅੰਦਰੋਂ ਆਪਣਾ ਆਪਾ ਚਲਿਆ ਜਾਂਦਾ ਨਾ, ਮਤਲਬ ਹਉਮੈ ਖਤਮ ਹੋ ਜਾਂਦੀ ਹੈ, ਪਰਮ ਸੁਖ ਦੀ ਪ੍ਰਾਪਤੀ ਉਦੋਂ ਹੁੰਦੀ ਹੈ, ਆਪਾ ਭਾਵ ਮੁਕਾਇਆ। ਸੋ ਉਸ ਦੀ ਗੱਲ ਇੱਥੇ ਹੋ ਰਹੀ ਹੈ, ਆਪ ਗਿਆ ਸੁਖ ਪਾਇਆ, ਮਿਲ ਸਲਲੈ ਸਲਲ ਸਮਾਏ। ਸਲਲੈ ਸਲਲ ਇਹਦਾ ਅਰਥ ਹੈ ਜਿਵੇਂ ਪਾਣੀ ਵਿੱਚ ਪਾਣੀ ਸਮਾ ਜਾਂਦਾ ਹੈ। ਸਲਲੈ ਸਲਲ ਸਮਾਏ, ਜਿਨ ਹਰ ਹਰ ਨਾਮ ਨ ਚੇਤਿਓ, ਸੋ ਔਗਣ ਆਵੈ ਜਾਏ, ਸੋ ਔਗਣ ਆਵੈ ਜਾਏ। ਜਿਸ ਸਤਿਗੁਰ ਪੁਰਖ ਨ ਭੇਟਿਓ, ਸੋ ਭੌਜਲ ਪਚੈ ਪਚਾਏ। ਇਹ ਮਾਨਕ ਜੀਓ ਨਿਰਮੋਲ ਹੈ, ਇਹਨੂੰ ਇਹੋ ਨਹੀਂ ਪੜਨਾ। ਇਹ ਮਾਨਕ ਜੀਓ ਨਿਰਮੋਲ ਹੈ, ਇਹ ਦੇ ਹਾਹੇ ਨੂੰ ਔਂਕੜ, ਮਾਨਕ ਦੇ ਣਾਣੇ ਨੂੰ ਔਂਕੜ ਤੇ ਨਿਰਮੋਲ ਦੇ ਲੱਲੇ ਨੂੰ ਔਂਕੜ। ਇਹਨਾਂ ਦੇ ਇੱਕ ਵਚਨ ਹੋਣ ਦੀ ਸੂਚਕ ਹੈ, ਇੱਕ ਵਚਨ ਪੁਲਿੰਗ ਹੋਣ ਦੀ ਸੂਚਕ ਹੈ ਸਾਧ ਸੰਗਤ। ਇਸ ਲਈ ਆਪਾਂ ਇਹ ਮਾਨਕ ਇਦਾਂ ਪਾਠ ਕਰਾਂਗੇ। ਇਹ ਸ਼ਬਦ ਇੱਥੇ ਪੜਨਾਮੀ ਵਿਸ਼ੇਸ਼ਣ ਦੇ ਰੂਪ ਦੇ ਵਿੱਚ ਆਇਆ ਤੇ ਹਾਹੇ ਨੂੰ ਔਂਕੜ ਜੋ ਹੈ ਇਸ ਦੇ ਇੱਕ ਵਚਨ ਪੁਲਿੰਗ ਹੋਣ ਦੀ ਸੂਚਕ ਹੈ। ਇਸ ਲਈ ਆਪਾਂ ਇਸ ਨੂੰ ਪੜਾਂਗੇ, ਇਹ ਮਾਨਕ ਜੀਓ ਨਿਰਮੋਲ ਹੈ। ਕਿਉਂਕਿ ਜੇ ਹਾਹੇ ਨੂੰ ਔਂਕੜ ਪੜਾਂਗੇ ਫਿਰ ਮਾਨਕ ਦੇ ਕੱਕੇ ਨੂੰ ਔਂਕੜ, ਉਹਦਾ ਵੀ ਪਾਠ ਕਰ ਲੈਣਾ ਚਾਹੀਦਾ। ਇਹੋ ਮਾਨਕੋ ਜੀਓ ਨਿਰਮੋਲੋ ਹੈ, ਇਦਾਂ ਨਹੀਂ ਪਾਠ ਕਰੀਦਾ ਹੁੰਦਾ ਸਾਧ ਸੰਗਤ। ਗੁਰਬਾਣੀ ਮੈਂ ਆਰੰਭ ਤੋਂ ਬੇਨਤੀ ਕਰਦਾ ਆ ਰਿਹਾ ਹਾਂ ਨਿਮਰਤਾ ਦੇ ਨਾਲ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਬਾਣੀ ਦੇ ਪਾਠ ਦੇ ਉਚਾਰਨ ਦੇ ਸੰਬੰਧੀ ਸਤਿਗੁਰੂ ਸਾਹਿਬ ਦੇ ਵੱਲੋਂ ਆਪ ਹੀ ਸੂਚਨਾ ਦਿੱਤੀ ਗਈ ਹੈ। ਉਹ ਹੈ ਮਾਤਰਾਵਾਂ ਦੇ ਨਾਲ, ਕਾਰਕੀ ਚਿੰਨ੍ਹਾਂ ਦੇ ਨਾਲ। ਤੇ ਇਹ ਵੀ ਬੇਨਤੀ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਜੋ ਲਿਖਣ ਸ਼ੈਲੀ ਹੈ ਉਹ ਬਿਲਕੁਲ ਨਵੀਨ, ਨਿਆਰੀ, ਨਿਰਾਲੀ ਹੈ। ਉਹ ਹੋਰ ਕਿਸੇ ਧਰਮ ਗ੍ਰੰਥ ਜਾਂ ਹੋਰ ਕਿਸੇ ਲਿਖਤ ਵਿੱਚੋਂ ਕਾਪੀ ਨਹੀਂ ਕੀਤੀ ਗਈ। ਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਬਾਣੀ ਦਾ ਪਾਠ, ਬਾਣੀ ਦਾ ਵਿਆਕਰਨ ਬਿਲਕੁਲ ਨਵਾਂ, ਨਰੋਆ ਤੇ ਨਿਰਾਲਾ ਹੋਣ ਕਰਕੇ ਕਈ ਵਾਰੀ ਕੁਝ ਪਿਆਰਿਆਂ ਦੀ ਸਮਝ ਗੋਚਰੇ ਨਹੀਂ ਹੁੰਦਾ। ਇਸ ਲਈ ਫਿਰ ਉਹ ਜ਼ਿੱਦ ਕਰ ਜਾਂਦੇ ਆ ਕਿ ਇਦਾਂ ਉਚਾਰਨ ਕਰਨਾ ਹੈ, ਇਦਾਂ ਉਚਾਰਨ ਕਰਨਾ ਹੈ। ਉਹਦਾ ਕਾਰਨ ਇਹੀ ਹੈ ਵੀ ਜਿਹੜਾ ਵਿਆਕਰਨ ਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਅੰਦਰ ਵਰਤਿਆ ਹੈ, ਉਸ ਵਿਆਕਰਨ ਦੀ ਵਰਤੋਂ ਹੋਰ ਕਿਸੇ ਲਿਖਤ ਵਿੱਚ, ਉਸ ਤੌਰ ਤਰੀਕੇ ਦੀ ਵਰਤੋਂ ਹੋਰ ਕਿਸੇ ਥਾਂ ਦੇ ਉੱਪਰ ਨਹੀਂ ਹੋਈ ਗਈ। ਸੋ ਇਹ ਮਾਨਕ ਜੀਓ ਨਿਰਮੋਲ ਹੈ, ਇਉਂ ਕੌਡੀ ਬਦਲੈ ਜਾਏ। ਇਉਂ ਕੌਡੀ, ਇਹਨੂੰ ਇਉ ਨਹੀਂ ਪੜਨਾ, ਇਉਂ ਕੌਡੀ ਬਦਲੈ ਜਾਏ। ਜਿਨ੍ਹਾਂ ਸਤਿਗੁਰ ਰਸ ਮਿਲੈ, ਜਿਨ੍ਹਾਂ ਸਤਿਗੁਰ ਰਸ ਮਿਲੈ, ਸੇ ਪੂਰੇ ਪੁਰਖ ਸੁਜਾਨ, ਸੇ ਪੂਰੇ ਪੁਰਖ ਸੁਜਾਨ। ਗੁਰ ਮਿਲ ਭਉ ਜਲ ਲੰਘੀਐ, ਦਰਗਾ ਪਤ ਪ੍ਰਵਾਨ। ਗੁਰ ਮਿਲ, ਮਿਲ ਦੇ ਲੱਲੇ ਨੂੰ ਸਿਹਾਰੀ ਹੈ, ਉਚਾਰਨ ਦਾ ਹਿੱਸਾ ਨਹੀਂ ਬਣੇਗੀ, ਕਾਰਕੀ ਚਿੰਨ੍ਹ ਹੈ। ਇਹ ਸ਼ਬਦ ਜੋ ਹੈ ਪੂਰਬ ਪੂਰਨ ਕਿਰਦੰਤ ਬਣ ਜਾਂਦਾ ਹੈ ਤੇ ਇਸ ਦਾ ਅਰਥ ਬਣਦਾ ਹੈ ਮਿਲ ਕੇ। ਗੁਰ ਮਿਲ ਭਾਵ ਗੁਰੂ ਨੂੰ ਮਿਲ ਕੇ। ਗੁਰ ਮਿਲ ਭਉ ਜਲ ਲੰਘੀਐ, ਦਰਗਾਹ ਪਤ ਪ੍ਰਵਾਨ। ਨਾਨਕ ਤੇ ਮੁਖ ਉਜਲੇ, ਧੁਨ ਉਪਜੈ ਸ਼ਬਦ ਨਿਸ਼ਾਨ। ਨਾਨਕ ਵਿਸ਼ਰਾਮ ਤੇ ਮੁਖ ਉਜਲੇ, ਧੁਨ ਉਪਜੈ ਸ਼ਬਦ ਨਿਸ਼ਾਨ। ਸ੍ਰੀ ਰਾਗ ਮਹਲਾ ਪਹਿਲਾ। ਵਣਜ ਕਰੋ ਵਣਜਾਰੇ ਹੋ, ਵਖਰ ਲੇਹੁ ਸੰਭਾਲ। ਵਣਜ ਕਰੋ ਵਣਜਾਰੇ ਹੋ। ਹੁਣ ਇੱਥੇ ਵੇਖੋ ਪਿਆਰਿਓ, ਜਿੱਥੇ ਹਾਹੇ ਨੂੰ ਹੋੜੇ ਦੀ ਮਾਤਰਾ ਦੇਣੀ ਆ ਨਾ, ਉਚਾਰਨ ਦੇਣਾ, ਉੱਥੇ ਸਤਿਗੁਰ ਪਾਤਸ਼ਾਹ ਨੇ ਆਪ ਹੀ ਹਾਹੇ ਨੂੰ ਹੋੜਾ ਲਾ ਦਿੱਤਾ, ਆਪ ਹੀ ਲਿਖ ਦਿੱਤਾ। ਹੁਣ ਇੱਥੇ ਪਾਠ ਵਣਜਾਰੇ ਹੋ ਕਰਨਾ ਹੈ ਆਪਾਂ। ਇਸ ਲਈ ਗੁਰੂ ਸਾਹਿਬ ਨੇ ਵਾਵਾ ਨਾਣਾ, ਜੱਜੇ ਨੂੰ ਕੰਨਾ, ਰਾਰੇ ਨੂੰ ਸਿਹਾਰੀ ਤੇ ਹਾਹੇ ਨੂੰ ਹੋੜਾ ਆਪ ਲਿਖ ਦਿੱਤਾ ਗੁਰੂ ਸਾਹਿਬ ਨੇ। ਸੋ ਆਪਾਂ ਇਸ ਦਾ ਪਾਠ ਕਰਾਂਗੇ ਵਣਜਾਰੇ ਹੋ। ਵਣਜ ਕਰੋ ਵਣਜਾਰੇ ਹੋ, ਵਖਰ ਲੇਹੁ ਸੰਭਾਲ। ਵਖਰ ਲੇਹੁ ਸੰਭਾਲ। ਲੇਹੋ ਏਦਾਂ ਨਹੀਂ ਪੜਨਾ ਆਪਾਂ, ਲੱਲੇ ਨੂੰ ਲਾਵਾਂ ਲੇ,
ਇਹ ਦੀਰਘ ਮਾਤਰਾ ਆ, ਹਾਹੇ ਨੂੰ ਔਂਕੜ ਇਹ ਲਘੂ ਮਾਤਰਾ ਹੈ। ਹਾਹਾ ਵੈਸੇ ਹੀ ਆਪਣੇ ਆਪ ਦੇ ਵਿੱਚ ਲਘੂ ਅੱਖਰ ਬਣ ਜਾਂਦਾ ਹੈ ਤੇ ਗਾਂ ਇਹਨੂੰ ਲੱਗੀ ਹੋਈ ਲਘੂ ਮਾਤਰਾ ਆ। ਸੋ ਇਹਨਾਂ ਦਾ ਉਚਾਰਨ ਆਪਾਂ ਦੀਰਘ ਰੂਪ ਦੇ ਵਿੱਚ ਨਹੀਂ ਕਰਨਾ, ਇਹਨਾਂ ਦਾ ਉਚਾਰਨ ਬਸ ਹਾਹੇ ਔਂਕੜ ਹੋ ਇੰਨਾ ਹੀ ਕਰਨਾ, ਲੇ ਹੋ ਬਸ ਇੰਨਾ ਹੀ ਉਚਾਰਨ ਕਰਨਾ। ਸੰਭਾਲ ਤੈਸੀ ਵਸਤ ਵਿਸਾਹੀ ਹੈ, ਜੈਸੀ ਨਿਭ ਹੈ ਨਾਲ, ਅੱਗੇ ਸ਼ਾਹ ਸੁਜਾਨ ਹੈ, ਲੈਸੀ ਵਸਤ ਸੰਭਾਲ। ਅੱਗੇ ਸ਼ਾਹ ਸੁਜਾਨ ਹੈ, ਇਹਨੂੰ ਸਾਹੋ ਨਹੀਂ ਪੜਨਾ, ਸ਼ਾਹ। ਹਾਹੇ ਨੂੰ ਔਂਕੜ ਇੱਕ ਵਚਨ ਪੁਲਿੰਗ ਹੋਣ ਦਾ ਸੂਚਕ ਆ, ਇੱਕ ਵਚਨ ਪੁਲਿੰਗ ਹੋਣ ਦਾ। ਤੇ ਇਹਨੂੰ ਆਪਾਂ ਜੇ ਪੜ੍ਹ ਦਿਆਂਗੇ ਅੱਗੇ ਸਾਹ ਸੁਜਾਨ ਹੈ, ਸਾਹ ਪਿਆਰਿਓ ਇੱਕ ਕਿਰਿਆ ਆ ਸਾਡੇ ਸਰੀਰ ਦੀ, ਹੈ ਨਾ। ਆਪਾਂ ਸਾਹ ਲੈਂਦੇ ਆ ਨਾ, ਸਾਹ ਆਉਂਦਾ ਸਾਹ ਜਾਂਦਾ ਆਪਣਾ। ਸੋ ਉਹ ਸਾਹ ਦੀ ਗੱਲ ਨਹੀਂ ਹੋ ਰਹੀ ਇੱਥੇ, ਸ਼ਾਹੂਕਾਰ ਦੀ ਗੱਲ ਹੋ ਰਹੀ ਆ। ਜੋ ਸਭ ਤੋਂ ਵੱਡਾ ਸ਼ਾਹੂਕਾਰ ਹੈ ਨਾ, ਵਾਹਿਗੁਰੂ ਅਕਾਲ ਪੁਰਖ, ਉਸ ਦੀ ਗੱਲ ਹੋ ਰਹੀ ਹੈ। ਤੇ ਗੁਰੂ ਮਹਾਰਾਜ ਕਹਿ ਰਹੇ ਨੇ ਅੱਗੇ ਸ਼ਾਹ ਸੁਜਾਨ ਹੈ, ਸ਼ਾਹ ਪਾਠ ਕਰਾਂਗੇ ਆਪਾਂ ਇਸ ਦਾ। ਲੈਸੀ ਵਸਤ ਸੰਭਾਲ ਭਾਈ ਰੇ ਵਿਸ਼ਰਾਮ, ਰਾਮ ਕਹੋ ਚਿਤ ਲਾਏ। ਰਾਮ ਕਹੋ, ਇਹਨੂੰ ਕਹੋ ਪਾਠ ਨਹੀਂ ਕਰਾਂਗੇ ਆਪਾਂ, ਕਹੋ ਕਈ ਪ੍ਰੇਮੀ ਇਦਾਂ ਪਾਠ ਕਰ ਦਿੰਦੇ ਆ, ਕਹੋ। ਰਾਮ ਕਹੋ ਚਿਤ ਲਾਏ, ਕੱਕਾ ਹਾਹਾ ਹਾਹੇ ਨੂੰ ਔਂਕੜ, ਜੋ ਅੰਤਲਾ ਹਾਹੇ ਨੂੰ ਔਂਕੜਿਆ ਇਸ ਦੇ ਵਰਤਮਾਨ ਕਿਰਿਆ ਹੋਣ ਦੀ ਸੂਚਕ ਆ। ਜਿਵੇਂ ਕਰੋ ਹੁੰਦਾ ਨਾ, ਕੱਕਾ ਰਾਰਾ ਹਾਹੇ ਔਂਕੜ, ਉਵੇਂ ਹੀ ਕੱਕਾ ਹਾਹਾ ਹਾਹੇ ਔਂਕੜ ਹੈ। ਸੋ ਇੱਥੇ ਆ ਕੇ ਕਈ ਪਾਠੀ ਭੁਲੇਖਾ ਖਾ ਜਾਂਦੇ ਆ, ਕਈ ਪ੍ਰੇਮੀ ਜੋ ਗੁਰਬਾਣੀ ਦਾ ਪਾਠ ਕਰਨ ਵਾਲੇ ਆ ਉਹ ਭੁਲੇਖਾ ਖਾ ਜਾਂਦੇ ਆ, ਉਹ ਕਾਹਾ ਹੋ ਪਾਠ ਕਰਦੇ ਹਨ। ਕਾਹਾ ਹੋ ਸਾਧ ਸੰਗਤ ਆਪਣੇ ਆਪ ਦੇ ਵਿੱਚ ਕੋਈ ਸ਼ਬਦ ਨਹੀਂ ਬਣਦਾ ਤੇ ਨਾ ਹੀ ਇਸ ਦਾ ਕੋਈ ਅਰਥ ਬਣਨਾ ਹੈ। ਸੋ ਸ਼ੁੱਧ ਉਚਾਰਨ ਇਸ ਦਾ ਗੁਰਬਾਣੀ ਵਿਆਕਰਣ ਦੇ ਨੇਮ ਦੇ ਅਨੁਸਾਰ ਜੋ ਬਣਨਾ ਉਹ ਹੈ ਰਾਮ ਕਹੋ ਚਿਤ ਲਾਏ। ਕਹੋ ਹਾਹੇ ਨੂੰ ਹੋੜਾ ਨਾਲ, ਉਸ ਤੋਂ ਬਾਅਦ ਚ ਹਾਹੇ ਦੀ ਮਾਤਰਾ ਆ ਜੋ ਧੁਨੀ ਹੈ ਜਿਹੜੀ ਹਾਹੇ ਦੀ, ਉਹ ਅੱਧੀ ਰਹਿ ਜਾਏਗੀ। ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵਖਰ ਲੈ ਚੱਲੋ, ਸ਼ਹੁ ਦੇਖੈ ਪਤੀ ਆਏ। ਹਰ ਜਸ ਵਖਰ ਲੈ ਚੱਲੋ, ਚੱਲੋ ਚੱਚਾ ਲੱਲਾ ਹਾਹੇ ਨੂੰ ਔਂਕੜ, ਇਹਨੂੰ ਚੱਲ ਹੋ ਨਹੀਂ ਪੜਨਾ, ਚੱਲੋ ਇਹਦਾ ਪਾਠ ਕਰਨਾ। ਹਾਹੇ ਦੀ ਜੋ ਧੁਨੀ ਹੈ ਉਹ ਮੁਕਤਾ ਰੂਪ ਦੇ ਵਿੱਚ ਅੱਧੀ ਆਏਗੀ ਤੇ ਲੱਲੇ ਨੂੰ ਹੋੜਾ ਰੂਪ ਦੇ ਵਿੱਚ ਉਹ ਕਨਵਰਟ ਹੋ ਜਾਏਗੀ ਹਾਹੇ ਨੂੰ ਜੋ ਔਂਕੜ ਹੈ। ਮੈਂ ਫਿਰ ਬੇਨਤੀ ਕਰਦਾ, ਇਹ ਟੈਕਨੀਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਆਪਣੀ ਹੈ। ਗੁਰੂ ਸਾਹਿਬ ਦੇ ਵੱਲੋਂ ਬਿਲਕੁਲ ਨਵੀਂ ਟੈਕਨੀਕ ਗੁਰਬਾਣੀ ਪਾਠ ਜਦੋਂ ਸੰਪਾਦਨ ਕੀਤਾ ਗਿਆ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਵੱਲੋਂ, ਉਸ ਵੇਲੇ ਲਿਖਣ ਦੇ ਇਸ ਤਰੀਕੇ ਨੂੰ ਅਪਣਾਇਆ ਗਿਆ। ਹਰ ਜਸ ਵਖਰ ਲੈ ਚੱਲੋ, ਸ਼ਹੁ ਦੇਖੈ ਪਤੀ ਆਏ। ਰਹਾਉ ਸ਼ਹੁ ਦੇਖੈ, ਇਹ ਸ਼ਹੁ ਹੈ ਸਾਧ ਸੰਗਤ, ਇਸ ਦਾ ਅਰਥ ਹੈ ਮਾਲਕ। ਜੇ ਆਪਾਂ ਇਹਨੂੰ ਸਹੋ ਪੜਾਂਗੇ ਤਾਂ ਸਹੋ ਕਿਰਿਆ ਬਣ ਜਾਏਗਾ, ਜਿਸ ਦਾ ਅਰਥ ਬਣੇਗਾ ਸਹਿਣਾ। ਭਾਈ ਆਪਣਾ ਕੀਤਾ ਸਹੋ ਤੁਸੀਂ, ਫਿਰ ਇਦਾਂ ਬਣ ਜਾਏਗਾ। ਇਹ ਸਹੋ ਨਹੀਂ ਹੈ, ਅਸਲ ਵਿੱਚ ਇਹ ਹੈ ਸ਼ਹੁ, ਤੇ ਸ਼ਹੁ ਦਾ ਅਰਥ ਹੈ ਸਾਧ ਸੰਗਤ ਮਾਲਕ। ਤੇ ਹੁਣ ਗੁਰੂ ਸਾਹਿਬ ਅੱਗੋਂ ਲਿਖਦੇ ਹਨ, ਜਿਨ੍ਹਾਂ ਰਾਸ ਨਾ ਸੱਚ ਹੈ, ਕਿਉਂ ਤਿਨਾ ਸੁਖ ਹੋਏ। ਜਿਨ੍ਹਾਂ ਰਾਸ ਨਾ ਸੱਚ ਹੈ, ਨਾ ਸ਼ਬਦ ਹੈ ਨਾ ਜਿਹੜਾ, ਇਹਨੂੰ ਨਖੇੜ ਕੇ ਵੱਖਰਾ ਕਰਕੇ ਪੜਨਾ, ਕਿਉਂਕਿ ਕਈ ਵਾਰੀ ਨਾ ਕਈ ਪ੍ਰੇਮੀ ਪਾਠ ਕਰਨ ਵਾਲੇ ਰਾਸ ਨਾ ਸੱਚ ਹੈ ਇਹਨੂੰ ਰਸਨਾ ਸੱਚ ਪੜ ਜਾਂਦੇ ਆ। ਰਾਸ ਦਾ ਅਰਥ ਹੁੰਦਾ ਰਾਸ਼ੀ, ਇੱਥੇ ਸੱਸੇ ਨੂੰ ਸਿਹਾਰੀ ਹੈ ਜੋ ਰਾਸ ਦੇ ਲੱਗੀ ਹੋਈ, ਇਹਦੇ ਇਸਤਰੀ ਲਿੰਗ ਹੋਣ ਦੀ ਸੂਚਕ ਹੈ। ਰਾਸ਼ੀ ਦਾ ਅਰਥ ਤੁਸੀਂ ਸਮਝਦੇ ਹੋ ਪੂੰਜੀ, ਦੌਲਤ। ਹੁਣ ਮਹਾਰਾਜ ਕਹਿੰਦੇ ਜਿਨ੍ਹਾਂ ਰਾਸ ਨਾ ਸੱਚ ਹੈ, ਜਿਨ੍ਹਾਂ ਕੋਲ ਸੱਚ ਦੀ ਰਾਸ਼ੀ ਨਹੀਂ ਹੈਗੀ ਭਾਈ, ਅਰਥ ਤਾਂ ਇਹ ਬਣਦਾ ਆ, ਪਰ ਜੇ ਅਣਗਹਿਲੀ ਚ ਪੜ ਦਿੱਤਾ ਤਾਂ ਬਣ ਜਾਏਗਾ ਜਿਨ੍ਹਾਂ ਰਸਨਾ ਸੱਚ ਹੈ, ਵੀ ਜਿਨ੍ਹਾਂ ਦੀ ਰਸਨਾ ਦੇ ਉੱਪਰ ਸੱਚ ਹੈ। ਸੋ ਇਹਦਾ ਬਿਲਕੁਲ ਅਰਥਾਂ ਨੇ ਅਨਰਥ ਰੂਪ ਧਾਰਨ ਕਰ ਜਾਣਾ ਹੈ। ਜਿਨ੍ਹਾਂ ਰਾਸ ਨਾ ਸੱਚ ਹੈ, ਜਿਨ੍ਹਾਂ ਦੀ ਰਾਸ਼ ਪੂੰਜੀ ਸੱਚ ਦੀ ਹੈ ਨਹੀਂ ਭਾਈ, ਕਿਉਂ ਤਿਨਾ ਸੁਖ ਹੋਏ, ਉਹਨਾਂ ਨੂੰ ਸੁਖ ਕਿਉਂ ਮਿਲੇਗਾ, ਮਤਲਬ ਉਹਨਾਂ ਨੂੰ ਸੁਖ ਨਹੀਂ ਮਿਲੇਗਾ। ਖੋਟੈ ਵਣਜ ਵਣਜਿਐ, ਖੋਟੈ ਵਣਜ ਵਣਜਿਐ,
ਖੋਟੇ ਵਣਜ ਵਣਜਣ ਦੇ ਨਾਲ ਕੀ ਹੁੰਦਾ ਹੈ? ਮਨ ਤਨ ਖੋਟਾ ਹੋਏ। ਮਨ ਤੇ ਤਨ ਨੰਨੇ ਨੂੰ ਔਂਕੜ ਹੈ, ਇਸ ਦੇ ਇੱਕ ਵਚਨ ਪੁਲਿੰਗ ਹੋਣ ਦੀ ਸੂਚਕ ਹੈ। ਮਨੋ ਤਨੋ ਇਦਾਂ ਨਹੀਂ ਪਾਠ ਕਰਾਂਗੇ, ਮਨੂ ਤਨੂ ਇਦਾਂ ਵੀ ਪਾਠ ਨਹੀਂ ਕਰਾਂਗੇ। ਮਨ ਤਨ ਖੋਟਾ ਹੋਏ। ਫਾਹੀ ਫਾਥੇ ਮਿਰਗ ਜਿਉ, ਦੁਖ ਘਣੋ ਨਿਤ ਰੋਏ। ਫਾਹੀ ਫਾਥੇ ਮਿਰਗ ਜਿਉ, ਇੱਥੇ ਵਿਸ਼ਰਾਮ। ਦੁਖ ਘਣੋ ਨਿਤ ਰੋਏ। ਖੋਟੇ ਪੋਤੈ ਨਾ ਪਵੈ। ਖੋਟੇ ਵਿਸ਼ਰਾਮ ਪੋਤੈ ਨਾ ਪਵੈ। ਪੋਤੈ ਦਾ ਅਰਥ ਹੁੰਦਾ ਜੀ ਖਜ਼ਾਨਾ। ਪੋਤੈ ਤੱਤੇ ਨੂੰ ਦੁਲਾਵਾਂ ਆ, ਕਰ ਕੀ ਚਿੰਨ੍ਹਿਆ, ਅਧਿਕਰਨ ਕਾਰਕ ਬਣ ਜਾਂਦਾ। ਇਹਦਾ ਅਰਥ ਬਣਦਾ ਹੈ ਪੋਤੇ ਵਿੱਚ, ਭਾਵ ਖਜ਼ਾਨੇ ਵਿੱਚ ਨਹੀਂ ਪਾਏ ਜਾਂਦੇ। ਖੋਟੇ ਪੋਤੈ ਨਾ ਪਵੈ, ਤਿਨ ਹਰ ਗੁਰ ਦਰਸ਼ ਨਾ ਹੋਏ। ਹਰ ਗੁਰ ਦਰਸ਼ ਨਾ ਹੋਏ। ਦਰਸ਼ਨ ਹੋਏ ਪਾਠ ਨਹੀਂ ਕਰਨਾ ਪਿਆਰਿਓ, ਦਰਸ਼ ਨਾ ਹੋਏ। ਉਹਨਾਂ ਨੂੰ ਹਰੀ ਦਾ ਤੇ ਗੁਰੂ ਦਾ ਦਰਸ਼ਨ ਨਸੀਬ ਨਹੀਂ ਹੁੰਦਾ, ਪ੍ਰਾਪਤ ਨਹੀਂ ਹੁੰਦਾ। ਖੋਟੇ ਜਾਤ ਨ ਪਤ ਹੈ, ਖੋਟ ਨ ਸੀਜਸ ਕੋਏ। ਖੋਟੇ ਵਿਸ਼ਰਾਮ ਜਾਤ ਨ ਪਤ ਹੈ, ਖੋਟ ਨ ਸੀਜਸ ਕੋਏ। ਖੋਟੇ ਖੋਟ ਕਮਾਵਣਾ, ਆਏ ਗਿਆ ਪਤ ਖੋਏ। ਨਾਨਕ ਮਨ ਸਮਝਾਈਐ, ਗੁਰ ਕੈ ਸ਼ਬਦ ਸਾਲਾਹ। RAM ਨਾਮ ਰੰਗ ਰਤਿਆਂ, ਭਾਰ ਨ ਭਰਮ ਤਿੰਨਾ। ਭਾਰ ਨ ਭਰਮ ਤਿੰਨਾ, ਇਦਾਂ ਪਾਠ ਕਰਨਾ ਹੈ। ਹਰ ਜਪ ਲਾਹਾ ਅਗਲਾ, ਨਿਰਭਉ ਹਰ ਮਨ ਮਾਹ। ਇੱਥੇ ਹੁਣ ਸਾਧ ਸੰਗਤ ਮੰਮੇ ਨੂੰ ਕੰਨਾਂ ਤੇ ਹਾਹਾ ਲਿਖਿਆ ਹੋਇਆ ਹੈ। ਇਹਦਾ ਅਰਥ ਮਹੀਨਿਆਂ 'ਚ ਨਹੀਂ ਨਿਕਲਣਾ, ਵੀ ਜਿਵੇਂ ਆਪਾਂ ਮਾਹ ਕਹਿ ਦਿੰਦੇ ਆ ਨਾ, 12 ਮਾਹ ਕਹਿ ਦਿੰਦੇ ਆਪਾਂ। ਸੋ ਇੱਥੇ ਮੰਮੇ ਕੰਨਾ ਹਾਹਾ, ਇਹ ਮਹੀਨਿਆਂ ਦਾ ਅਰਥ ਨਹੀਂ ਦੇਗਾ। ਮਤਲਬ ਕਹਿਣ ਤੋਂ ਇਹ ਹੈ ਕਿ ਇੱਥੇ ਇਹ ਜਿਹੜਾ ਸ਼ਬਦ ਆ, ਇਹ ਇੱਕ ਵਚਨ ਪੁਲਿੰਗ ਨਹੀਂ ਬਣੇਗਾ ਜਾਂ ਬਹੁਵਚਨ ਪੁਲਿੰਗ ਨਹੀਂ ਬਣੇਗਾ, ਇੱਥੇ ਸੰਬੰਧਕ ਬਣੇਗਾ। ਨਿਰਭਉ ਹਰ ਮਨ ਮਾਹ। ਹੁਣ ਕਈ ਥਾਵਾਂ ਤੇ ਮੰਮੇ ਕੰਨਾ ਹਾਹੇ ਨੂੰ ਸਿਹਾਰੀ ਲਿਖੀ ਹੁੰਦੀ ਹੈ ਹਨਾ, ਤਾਂ ਉਹਦਾ ਉਚਾਰਨ ਆਪਾਂ ਨੂੰ ਇੱਥੋਂ ਮਿਲ ਜਾਂਦਾ ਬਈ ਉਚਾਰਨ ਕੀ ਹੈ, ਉਚਾਰਨ ਆਪਾਂ ਕੀ ਕਰਨਾ, ਉਹ ਆਪਾਂ ਨੂੰ ਇੱਥੋਂ ਸੇਧ ਮਿਲ ਜਾਂਦੀ ਹੈ। ਕਹਿਣ ਤੋਂ ਭਾਵ ਇਹ ਹੈ ਕਿ ਗੁਰਬਾਣੀ ਉਚਾਰਨ ਦੀਆਂ ਸੇਧਾਂ ਸਾਧ ਸੰਗਤ ਗੁਰੂ ਮਹਾਰਾਜ ਨੇ ਬਾਣੀ ਦੇ ਅੰਦਰ ਆਪ ਹੀ ਦੇ ਦਿੱਤੀਆਂ ਨੇ। ਆਪਾਂ ਕਈ ਵਾਰੀ ਉਹਨਾਂ ਸੇਧਾਂ ਨੂੰ ਸਮਝਣ ਤੋਂ ਅਸਮਰੱਥ ਰਹਿ ਜਾਂਦੇ ਆ। ਜਿਵੇਂ ਹੁਣ ਪਹਿਲਾਂ ਸ਼ਬਦ ਆਇਆ ਹੈ ਸਾਲਾਹ, ਸੱਸੇ ਕੰਨਾ ਲੱਲੇ ਕੰਨਾ ਹਾਹਾ ਮੁਕਤਾ, ਸਾਲਾਹ। ਹੁਣ ਇੱਥੇ ਹਾਹੇ ਨੂੰ ਸਿਹਾਰੀ ਲੱਗੀ ਹੁੰਦੀ ਤਾਂ ਕਈ ਪ੍ਰੇਮੀਆਂ ਨੇ ਸਾਲਾਹੇ ਇਦਾਂ ਪਾਠ ਕਰਨਾ ਸੀ, ਪਰ ਗੁਰਬਾਣੀ ਵਿੱਚ ਜਿੱਥੇ ਕਿਤੇ ਇਦਾਂ ਸ਼ਬਦ ਆਏਗਾ ਉਹਦਾ ਉਚਾਰਨ ਕੀ ਬਣੇਗਾ, ਉਹ ਆਪਾਂ ਸੇਧ ਇੱਥੋਂ ਲੈ ਲੈਣੀ ਆ, ਸੇਧ ਇੱਥੋਂ ਲੈ ਕੇ ਚੱਲ ਪੈਣਾ ਹੈ। ਸੋ ਇਉਂ ਮਹਾਰਾਜ ਦੱਸਦੇ ਨੇ, ਹਰ ਜਪ ਲਾਹਾ ਅਗਲਾ, ਨਿਰਭਉ ਹਰ ਮਨ ਮਾਹ। ਸ੍ਰੀ ਰਾਗ ਮਹਲਾ ਪਹਿਲਾ, ਘਰ ਦੂਜਾ। ਇੱਥੋਂ ਹੁਣ ਦੂਜੇ ਘਰ ਦੇ ਸ਼ਬਦ ਸ਼ੁਰੂ ਹੋ ਗਏ। ਹੁਣ ਤੱਕ ਜਿਹੜੇ 23 ਸ਼ਬਦ ਹਨ ਉਹ ਪਹਿਲੇ ਘਰ ਦੇ ਹਨ। ਹੁਣ ਦੂਜੇ ਘਰ ਦੇ ਸ਼ਬਦ ਰਾਗ ਸ੍ਰੀ ਹੈ ਤੇ ਮਹਲਾ ਪਹਿਲਾ ਹੈ, ਸ਼ਬਦ ਸ਼ੁਰੂ ਹੁੰਦੇ ਹਨ। ਧਨ ਜੋਬਨ ਅਰ ਫੁੱਲੜਾ, ਨਾਠੀ ਅੜੇ ਦਿਨ ਚਾਰ। ਧਨ ਜੋਬਨ ਅਰ ਫੁੱਲੜਾ, ਨਾਠੀ ਅੜੇ ਦਿਨ ਚਾਰ। ਚਾਰ ਦੇ ਰਾਰੇ ਨੂੰ ਸਿਹਾਰੀ ਹੈ, ਸੰਖਿਆ ਸੂਚਕ ਬਣ ਜਾਂਦਾ ਹੈ। ਪੱਬਨ ਕੇਰੇ ਪਤ ਜਿਉ, ਢਲ ਢੁਲ ਜੁਮਣ ਹਾਰ। ਢਲ ਢੁਲ ਜੁਮਣ ਹਾਰ। ਰੰਗ ਮਾਣ ਲੈ ਪਿਆਰਿਆ, ਵਿਸ਼ਰਾਮ ਜਾਂ ਜੋਬਨ ਨਾਉ ਹੁਲਾ। ਦਿਨ ਥੋੜੜੇ ਥਕੇ, ਭਇਆ ਪੁਰਾਣਾ ਚੋਲਾ। ਰਹਾਉ। ਸੱਜਣ ਮੇਰੇ ਰੰਗੁਲੇ, ਜਾਏ ਸੁੱਤੇ ਜੀਰਾਨ। ਜੀਰਾਨ ਨਾਣੇ ਨੂੰ ਸਿਹਾਰੀ ਹੈ, ਅਧਿਕਰਨ ਕਾਰਕ ਹੈ, ਭਾਵ ਜੀਰਾਨ ਦੇ ਵਿੱਚ। ਹੰਪੀ ਵੰਝਾਂ ਡੁੰਮਣੀ, ਰੋਵਾਂ ਝੀਣੀ ਬਾਣ। ਹੰ ਹਾਹੇ ਤੇ ਟਿੱਪੀ ਹੈ, ਇਹਦਾ ਉਚਾਰਨ ਕਰਾਂਗੇ ਆਪਾਂ ਹੰ। ਹੰ ਭੀ ਵੰਝਾਂ, ਵੰਝਾਂ ਇਦਾਂ ਪਾਠ ਕਰਨਾ ਹੈ। ਨਿਆਂ ਹੈ ਉਹਨੂੰ ਕੰਨਾ ਲੱਗਿਆ ਹੋਇਆ ਹੈ, ਵੰਝਾਂ ਇਦਾਂ ਪਾਠ ਕਰਨਾ। ਡੁੰਮਣੀ, ਰੋਵਾਂ ਝੀਣੀ ਬਾਣ। ਰੋਵਾਂ ਇਹ ਕਿਰਿਆ ਹੈ ਉੱਤਮ ਪੁਰਖ ਦੀ ਹੈ, ਰੋਵਾਂ, ਇਸ ਲਈ ਆਪਾਂ ਇਸ ਦਾ ਪਾਠ ਇਦਾਂ ਕਰਾਂਗੇ। ਕੀ ਨਾ ਸੁਣੇ ਹੀ ਗੋਰੀਏ, ਆਪਨ ਕੰਨੀ ਸੋਏ। ਕੀ ਨਾ ਸੁਣੇ ਹੀ ਗੋਰੀਏ, ਸੁਣੇ ਹੀ ਗੋਰੀਏ ਇੱਥੇ ਵਿਸ਼ਰਾਮ। ਆਪਨ ਕੰਨੀ ਸੋਏ, ਲੱਗੀ ਆਵੈ ਸਾਹੁਰੈ।
ਆਵੇਂ ਕਿਰਿਆ ਹੈ ਵਰਤਮਾਨ ਕਾਲ ਦੀ। ਨਿਤ ਨ ਪਈਆ ਹੋਏ, ਨਿਤ ਨ ਪਈਆ ਹੋਏ, ਨਾਨਕ ਸੁੱਤੀ ਪਈਐ, ਨਾਨਕ ਵਿਸ਼ਰਾਮ, ਸੁੱਤੀ ਪਈਐ ਵਿਸ਼ਰਾਮ। ਜਾਨ ਵਿਰਤੀ ਸੰਨ, ਸੰਨ ਇਹਦਾ ਪਾਠ ਕਰਨਾ ਹੈ। ਗੁਣਾ ਗਵਾਈ ਗੰਠੜੀ, ਅਵਗਣ ਚੱਲੀ ਬੰਨ, ਗੁਣਾ ਗਵਾਈ ਗੰਠੜੀ, ਗੰਠੜੀ ਦੇ ਉੱਪਰ ਆਪਾਂ ਵਿਸ਼ਰਾਮ ਦੇਣਾ ਹੈ। ਅਵਗਣ ਚੱਲੀ ਬੰਨ, ਸ੍ਰੀ ਰਾਗ ਮਹਲਾ ਪਹਿਲਾ ਘਰ ਦੂਜਾ। ਆਪੇ ਰਸੀਆ ਆਪ ਰਸ, ਦੋ ਵਿਸ਼ਰਾਮ ਨੇ ਜੀ। ਆਪੇ ਰਸੀਆ ਆਪ ਰਸ, ਆਪੇ ਰਾਵਣਹਾਰ, ਆਪੇ ਹੋਵੈ ਚੋਲੜਾ, ਆਪੇ ਸੇਜ ਪਧਾਰ। ਰੰਗ ਰੱਤਾ ਮੇਰਾ ਸਾਹਿਬ, ਰਵ ਰਹਿਆ ਭਰਪੂਰ ਰਹਾਉ। ਰੰਗ ਰੱਤਾ ਮੇਰਾ ਸਾਹਿਬ, ਸਾਹਿਬ ਦੇ ਬੱਬੇ ਨੂੰ ਔਂਕੜ ਇੱਕ ਵਚਨ ਪੁਲਿੰਗ। ਰਵ ਰਹਿਆ ਭਰਪੂਰ ਇਹਦਾ ਪਾਠ ਕਰਨਾ ਹੈ। ਰਹਾਉ। ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ ਇਹਦਾ ਪਾਠ ਕਰਨਾ ਹੈ। ਆਪੇ ਜਾਲ ਮਨ ਕੜਾ, ਆਪੇ ਅੰਦਰ ਲਾਲ, ਆਪੇ ਬਹੁਬਿਧ ਰੰਗੁਲਾ, ਸਖੀਏ ਮੇਰਾ ਲਾਲ। ਨਿਤ ਰਵੈ ਸੁਹਾਗਣੀ, ਦੇਖ ਹਮਾਰਾ ਹਾਲ, ਪ੍ਰਣਵੈ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ। ਇੱਥੇ ਨਾਨਕ ਸ਼ਬਦ ਦੇ ਉੱਪਰ ਆਪਾਂ ਵਿਸ਼ਰਾਮ ਨਹੀਂ ਦੇਵਾਂਗੇ, ਕਿਉਂਕਿ ਨਾਨਕ ਸ਼ਬਦ ਦੇ ਕੱਕੇ ਨੂੰ ਔਂਕੜ ਲੱਗਿਆ ਹੋਇਆ ਹੈ। ਜਿੱਥੇ ਕੱਕਾ ਮੁਕਤਾ ਹੁੰਦਾ ਨਾਨਕ ਸ਼ਬਦ ਦਾ, ਉੱਥੇ ਆਪਾਂ ਉਹਦੇ ਉੱਪਰ ਵਿਸ਼ਰਾਮ ਦਿੰਦੇ ਹਾਂ। ਬਟ ਜਿੱਥੇ ਕੱਕੇ ਨੂੰ ਔਂਕੜ ਹੋਵੇ ਜਾਂ ਸਿਹਾਰੀ ਹੋਵੇ, ਉੱਥੇ ਆਪਾਂ ਉਸ ਉੱਪਰ ਵਿਸ਼ਰਾਮ ਦੇਖ ਕੇ ਦੇਣਾ ਹੈ। ਪ੍ਰਣਵੈ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ, ਕੌਲ ਤੂੰ ਹੈ, ਕਵੀਆ ਤੂੰ ਹੈ, ਆਪੇ ਵੇਖ ਵਿਗਸ, ਆਪੇ ਵੇਖ ਵਿਗਸ। ਇਸ ਰੂਪ ਦੇ ਵਿੱਚ ਪਾਠ ਕਰਨਾ ਹੈ। ਅੱਗੇ ਘਰ ਤੀਜਾ ਦੇ ਸ਼ਬਦ ਸ਼ੁਰੂ ਹੋ ਜਾਂਦੇ ਆ ਜੀ। ਸ੍ਰੀ ਰਾਗ ਮਹਲਾ ਪਹਿਲਾ ਘਰ ਤੀਜਾ। ਇਹ ਤਨ ਧਰਤੀ, ਬੀਜ ਕਰਮਾ ਕਰੋ, ਸਲਲ ਆਪਾਓ ਸਾਰਿੰਗ ਪਾਣੀ। ਇਹ ਤਨ ਧਰਤੀ, ਇਹ ਹਾਹੇ ਨੂੰ ਔਂਕੜ ਹੈ, ਇਸ ਦੇ ਅਰਥ ਦਾ ਸੂਚਕ ਹੈ, ਉਚਾਰਨ ਦਾ ਸੂਚਕ ਨਹੀਂ ਹੈ। ਇਹ ਤਨ, ਤਨ ਦੇ ਨੰਨੀ ਨੂੰ ਔਂਕੜ ਇਸ ਦੇ ਪੁਲਿੰਗ ਹੋਣ ਦਾ ਸੂਚਕ ਹੈ। ਇਹ ਇਸ ਦਾ ਪੜਨਾਮੀ ਵਿਸ਼ੇਸ਼ਣ ਹੈ। ਗੁਰੂ ਜੀ ਕਹਿ ਰਹੇ ਨੇ ਇਹ ਤਨ ਧਰਤੀ, ਇੱਥੇ ਵਿਸ਼ਰਾਮ। ਬੀਜ ਕਰਮਾ ਕਰੋ, ਇੱਥੇ ਵਿਸ਼ਰਾਮ। ਸਲਲ ਆਪਾਓ ਸਾਰਿੰਗ ਪਾਣੀ। ਮਨ ਕਿਰਸਾਨ, ਵਿਸ਼ਰਾਮ। ਹਰ ਹਿਰਦੈ ਜਮਾਏ ਲੈ, ਵਿਸ਼ਰਾਮ। ਇਉ ਪਾਵਸ ਪਦ ਨਿਰਵਾਣੀ। ਕਾਹੇ ਗਰਭਸ ਮੂੜੇ ਮਾਇਆ, ਮਾਇਆ ਤੋਂ ਪਹਿਲਾਂ ਵਿਸ਼ਰਾਮ ਦੇਣਾ ਆਪਾਂ। ਕਾਹੇ ਗਰਭਸ ਮੂੜੇ ਮਾਇਆ। ਪਿਤ ਸੁਤੋ ਸਗਲ ਕਾਲਤਰ ਮਾਤਾ, ਤੇਰੇ ਹੋਹਿਨ ਅੰਤ ਸਖਾਇਆ ਰਹਾਉ। ਇਹਦਾ ਪਾਠ ਕਰਨਾ। ਪਿਤ ਸੁਤੋ ਸਗਲ ਕਾਲਤਰ ਮਾਇਆ ਮਾਤਾ, ਤੇਰੇ ਹੋਹਿਨ ਅੰਤ ਸਖਾਇਆ ਰਹਾਉ। ਸੋ ਮਾਤਾ ਦੇ ਉੱਪਰ ਵਿਸ਼ਰਾਮ ਦੇਣਾ ਜੀ। ਹੋਹ ਨ ਅੰਤ ਸਖਾਇਆ ਇਹਦਾ ਪਾਠ ਕਰਨਾ। ਬਿਖੈ ਬਿਕਾਰ ਦੁਸ਼ਟ ਕਿਰਖਾ ਕਰੇ, ਇਨ ਤਜ ਆਤਮੈ ਹੋਏ ਧਿਆਈ। ਜਪ ਤਪ ਸੰਜਮ ਹੋਹਿ ਜਬ ਰਾਖੇ, ਕਮਲ ਬਿਗਸੈ ਮਦ ਆਸ਼ਰਮਾਈ। 20 ਸਪਤਾਹਰੋ ਬਾਸਰੋ ਸੰਗ੍ਰਹਿ, ਤੀਨ ਖੋੜਾ ਨਿਤ ਕਾਲ ਸਾਰੈ। ਸੰਗ੍ਰਹਿ ਇੱਥੇ ਆਪਾਂ ਵਿਸ਼ਰਾਮ ਦੇਵਾਂਗੇ। 10 18 ਮੈਂ ਅਪਰੰਪਰੋ ਚੀਨੈ, ਕਹਿ ਨਾਨਕ ਇਵ ਏਕ ਤਾਰੈ। ਇਹਦਾ ਪਾਠ ਕਰਨਾ ਹੈ। ਅੱਗੇ ਸ੍ਰੀ ਰਾਗ ਮਹਲਾ ਪਹਿਲਾ ਘਰ ਤੀਜਾ। ਅਮਲ ਕਰ ਧਰਤੀ, ਵਿਸ਼ਰਾਮ। ਬੀਜ ਸ਼ਬਦੋ ਕਰ, ਵਿਸ਼ਰਾਮ। ਸੱਚ ਕੀ ਆਬ, ਵਿਸ਼ਰਾਮ। ਨਿਤ ਦੇਹ ਪਾਣੀ। ਹੋਏ ਕਿਰਸਾਨ, ਵਿਸ਼ਰਾਮ। ਈਮਾਨ ਜਮਾਏ ਲੈ, ਵਿਸ਼ਰਾਮ। ਭਿਸ਼ਤ ਦੋਜ਼ਕ ਮੂੜੇ ਏਵ ਜਾਣੀ। ਭਿਸ਼ਤ ਦੋਜ਼ਕ, ਦੋਜ਼ਕ ਮੂੜੇ ਏਵ ਜਾਣੀ। ਮਤ ਜਾਣ ਸੈਂ ਗੱਲੀ ਪਾਇਆ। ਹੁਣ ਇੱਥੇ ਸਾਧ ਸੰਗਤ ਥੋੜਾ ਜਿਹਾ ਆਪ ਜੀਆਂ ਨੇ ਧਿਆਨ ਦੇਣਾ ਹੈ। ਇਸ ਦਾ ਪਾਠ ਜੋ ਹੈ ਮਤ ਜਾਣ ਸੈਂ,
ਇਦਾਂ ਵੀ ਕਰਦੇ ਹਨ, ਜਾਣ ਸੈ ਨੂੰ ਕਿਰਿਆ ਬਣਾ ਕੇ ਜੋ ਹੈ ਇਸ ਦਾ ਪਾਠ ਕੀਤਾ ਜਾਂਦਾ ਹੈ। ਪਰ ਜੇ ਆਪਾਂ ਜਾਣ ਨੂੰ ਵੱਖਰਾ ਕਰ ਲਈਏ, ਸਮਝ ਇਹ ਆਪਾਂ ਵੱਖਰਾ ਕਰ ਲਈਏ ਜਾਣ ਸ਼ਬਦ ਨੂੰ, ਤੇ ਆਪਾਂ ਇਸ ਦਾ ਪਾਠ ਕਰੀਏ, ਮਤ ਜਾਣ ਸ਼ੈ ਗੱਲੀ ਪਾਇਆ। ਹਾਹੇ ਨੂੰ ਸਿਹਾਰੀ ਲੱਗੀ ਹੋਈ ਹੈ, ਇਹਨੇ ਕਰਤਾ ਕਰਕ ਬਣ ਜਾਣਾ ਤੇ ਇਹਦੇ ਅਰਥ ਵੀ ਸਪਸ਼ਟ ਹੋ ਜਾਣੇ ਆ। ਮਤ ਜਾਣ, ਮਤਾਂ ਤੂੰ ਇਹ ਜਾਣ, ਤੂੰ ਇਹ ਸਮਝ, ਸ਼ੈ ਗੱਲੀ ਪਾਇਆ ਕਿ ਰੱਬ ਨੂੰ ਗੱਲਾਂ ਨਾਲ ਪਾ ਲਿਆ ਜਾਏਗਾ। ਸ਼ੌ ਨੂੰ ਗੱਲਾਂ ਨਾਲ ਪਾ ਲਿਆ ਜਾਏਗਾ। ਗੱਲਾਂ ਨਾਲ ਨਹੀਂ ਉਹ ਮਿਲਦਾ, ਉਹ ਕਰਮ ਨਾਲ ਮਿਲਦਾ ਹੈ। ਮਾਲ ਕੈ ਮਾਣੈ ਰੂਪ ਕੀ ਸ਼ੋਭਾ, ਇਤ ਵਿਧੀ ਜਨਮ ਗਵਾਇਆ ਰਹਾਉ। ਸੋ ਇਹ ਪਾਠ ਧਿਆਨ ਚ ਰੱਖਣਾ ਹੈ। ਐਬ ਤਨ ਚਿੱਕੜੋ ਇਹ ਮਨ ਮੀਡ ਕੋ, ਕਮਲ ਕੀ ਸਾਰ ਨਹੀਂ ਮੂਲ ਪਾਈ, ਭੌਰ ਉਸਤਾਦ ਨਿਤ ਭਾਖਿਆ ਬੋਲੇ, ਕਿਉਂ ਬੂਝੈ ਜਾਂ ਨਹ ਬੁਝਾਈ। ਨਹ ਬੁਝਾਈ, ਇਹਨੂੰ ਨਹਿ ਨਹੀਂ ਪੜਨਾ। ਬਹੁਤੇ ਪ੍ਰੇਮੀ ਇਸ ਨੂੰ ਨੰਨਾ ਹਾਹਾ ਇਹਨੂੰ ਨਹਿ ਪੜ ਦਿੰਦੇ ਆ, ਇਹਨੂੰ ਨਹਿ ਨਹੀਂ ਪੜਨਾ, ਨਹ ਇਦਾਂ ਇਸ ਦਾ ਉਚਾਰਨ ਕਰਨਾ ਹੈ। ਆਪਾਂ ਪੜਿਆ ਸੀ, ਭੌਰ ਉਸਤਾਦ ਨਿਤ ਭਾਖਿਆ ਬੋਲੇ, ਕਿਉਂ ਬੂਝੈ ਜਾਂ ਨਹ ਬੁਝਾਈ। ਆਖਣ ਸੁਣਨਾ ਪੌਣ ਕੀ ਬਾਣੀ, ਇਹ ਮਨ ਰੱਤਾ ਮਾਇਆ, ਖਸਮ ਕੀ ਨਦਰ ਦਿਲਹਿ ਪਸਿੰਦੇ, ਜਿਨੀ ਕਰ ਏਕ ਧਿਆਇਆ। 30 ਕਰ ਰੱਖੇ 5 ਕਰ ਸਾਥੀ, 9 ਸ਼ੈਤਾਨ ਮਤ ਕਟ ਜਾਈ। ਨਾਨਕ ਆਖੈ ਰਾਹ ਪੈ ਚੱਲਣਾ, ਮਾਲ ਧਨ ਕਿਤ ਕੂ ਸੰਜਿਆਹੀ। ਸੋ ਇਸ ਰੂਪ ਦੇ ਵਿੱਚ ਪਾਠ ਕਰਨਾ ਹੈ ਜੀ ਆਪ ਜੀ ਨੇ। ਅੱਗੇ ਚੌਥੇ ਘਰ ਦੇ ਸ਼ਬਦ ਸ਼ੁਰੂ ਹੋ ਜਾਂਦੇ ਆ। ਸ੍ਰੀ ਰਾਗ ਮਹਲਾ ਪਹਿਲਾ, ਘਰ ਚੌਥਾ। ਸੋਈ ਮੌਲਾ ਜਿਨ ਜਗ ਮੌਲਿਆ, ਹਰਿਆ ਕੀਆ ਸੰਸਾਰੋ, ਆਪ ਖਾਕ ਜਿਨ ਬੰਧ ਰਹਾਈ, ਧਨ ਸਿਰਜਨਹਾਰੋ। ਮਰਨਾ ਮੁੱਲਾ ਮਰਨਾ, ਭੀ ਕਰਤਾਰੋ ਡਰਨਾ ਰਹਾਉ। ਤਾਂ ਤੂੰ ਮੁੱਲਾ ਤਾਂ ਤੂੰ ਕਾਜ਼ੀ, ਜਾਣੈ ਨਾਮ ਖੁਦਾਈ। ਸੋ ਇਹ ਕਾਜ਼ੀ ਤੇ ਮੁੱਲਾ ਦੀ ਪਰਿਭਾਸ਼ਾ ਦਿੱਤੀ ਹੈ ਗੁਰੂ ਸਾਹਿਬ ਨੇ। ਕਹਿੰਦੇ ਤਾਂ ਤੂੰ ਮੁੱਲਾ ਤਾਂ ਤੂੰ ਕਾਜ਼ੀ, ਜਾਣੈ ਨਾਮ ਖੁਦਾਈ। ਜੇ ਬਹੁ ਤੇਰਾ ਪੜਿਆ ਹੋਵੈ, ਕੋ ਰਹਿ ਨਾ ਭਰੀਐ ਪਾਈ। ਜੇ ਕਰਮਾਂ ਦੀ ਪਵਿੱਤਰਤਾ ਤੇਰੇ ਕੋਲ ਹੈ ਨਹੀਂ, ਆਤਮਿਕ ਉੱਚਤਾ ਤੇਰੇ ਕੋਲ ਹੈ ਨਹੀਂ, ਕੇਵਲ ਕਿਤਾਬੀ ਗਿਆਨ ਬਹੁਤ ਜ਼ਿਆਦਾ ਹੈ, ਪੜ੍ਹਿਆ ਲਿਖਿਆ ਬਹੁਤ ਹੈ, ਤਾਂ ਇਹ ਨਾ ਸਮਝੀ ਮਹਾਰਾਜ ਕਹਿੰਦੇ ਵੀ ਕੇਵਲ 4 ਕਿਤਾਬਾਂ ਪੜ੍ਹ ਕੇ ਹੀ ਸਭ ਕੁਝ ਪ੍ਰਾਪਤ ਕਰ ਲੇਗਾ, ਕਾਜ਼ੀ ਮੁੱਲਾ ਬਣ ਜਾਏਗਾ। ਮਤਲਬ ਆਪਾਂ ਆਪਣੇ ਧਰਮ 'ਚ ਕਹਿ ਦਈਏ ਵੀ ਤੂੰ ਗਿਆਨੀ ਵਿਦਵਾਨ ਬਣ ਜਾਏਗਾ, ਕਥਾਕਾਰ ਜਾਂ ਕੁਝ ਹੋਰ ਬਣ ਜਾਏਗਾ 4 ਕਿਤਾਬਾਂ ਪੜ੍ਹ ਕੇ ਨਹੀਂ। ਇਹ ਅਨੁਭਵ ਦੀ ਗੱਲ ਹੁੰਦੀ ਹੈ ਪਿਆਰਿਓ। ਜਿਨ੍ਹਾਂ ਨੂੰ ਅਨੁਭਵ ਨਹੀਂ ਨਾ ਹੁੰਦਾ, ਉਹਨਾਂ ਲਈ ਦੁਨੀਆ ਦਾ ਗਿਆਨ ਇਹਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ, ਇਹਦੇ ਕੋਈ ਅਰਥ ਨਹੀਂ ਰਹਿ ਜਾਂਦੇ। ਹੁਣ ਮਹਾਰਾਜ ਕਹਿੰਦੇ ਜੇ ਬਹੁ ਤੇਰਾ ਪੜਿਆ ਹੋਵੈ, ਕੋ ਰਹਿ ਨ ਭਰੀਐ ਪਾਈ। ਸੋਈ ਕਾਜ਼ੀ ਜਿਨ ਆਪ ਤਜਿਆ। ਹੁਣ ਇੱਥੇ ਵੇਖੋ ਕਾਜ਼ੀ ਦੀ ਪਰਿਭਾਸ਼ਾ, ਸੋਈ ਕਾਜ਼ੀ ਜਿਨ ਆਪ ਤਜਿਆ, ਇੱਕ ਨਾਮ ਕੀਆ ਆਧਾਰੋ। ਕਾਜ਼ੀ ਪਾਠ ਕਰਨਾ, ਕਾਜੀ ਪਾਠ ਨਹੀਂ ਕਰਨਾ। ਕਾਜ਼ੀ ਹੁੰਦਾ ਸਾਧ ਸੰਗਤ ਇਸਲਾਮ ਮਤ ਦਾ। ਹੈ ਭੀ ਹੋਸੀ ਜਾਏ ਨਾ ਜਾਸੀ, ਸੱਚਾ ਸਿਰਜਣਹਾਰੋ। ਹੈ ਭੀ ਹੋਸੀ ਜਾਏ ਨਾ ਜਾਸੀ, ਸੱਚਾ ਸਿਰਜਣਹਾਰੋ। 5 ਵਕਤ ਨਿਵਾਜ਼ ਗੁਜ਼ਾਰੈ, ਪੜ੍ਹੈ ਕਤੇਬ ਕੁਰਾਨਾ। ਨਾਨਕ ਆਖੈ ਗੋਰ ਸੱਦੇਈ, ਰਹਿਓ ਪੀਣਾ ਖਾਣਾ। ਸ੍ਰੀ ਰਾਗ ਮਹਲਾ ਪਹਿਲਾ, ਘਰ ਚੌਥਾ। ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੌਂਕੈ ਸਦਾ ਬਿਆਲ। ਇਦਾਂ ਆਪ ਜੀ ਨੇ ਇੱਥੇ ਧਿਆਨ ਰੱਖਣਾ ਹੈ ਕਿ ਇਹ ਜਿਹੜਾ ਸ਼ਬਦ ਹੈ ਨਾ, ਏਕ ਸਵਾਨ ਦੋਏ ਸਵਾਨੀ ਨਾਲ, ਅੱਗੇ ਜਾ ਕੇ ਗੁਰਬਾਣੀ ਵਿੱਚ ਇੱਕ ਸ਼ਬਦ ਆਏਗਾ ਜਿੱਥੇ ਗੁਰੂ ਸਾਹਿਬ ਇਹ ਲਿਖਣਗੇ ਏਕ ਸਵਾਨ ਕਹਿ ਕਰ ਗਾਵਣਾ। ਹੁਣ ਜਿਹੜਾ ਇਹ ਏਕ ਸਵਾਨ ਵਾਲਾ ਸ਼ਬਦ ਹੈ, ਇਹ ਚੌਥੇ ਘਰ ਵਿੱਚ ਆ। ਹੈਡਿੰਗ ਹੈ ਜੀ ਸ੍ਰੀ ਰਾਗ ਮਹਲਾ ਪਹਿਲਾ, ਘਰ ਚੌਥਾ। ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੌਂਕੈ
ਸਦਾ ਬਯਾਲ, ਭਲਕੇ ਭੌਂਕੈ, ਭੌਂਕੈ ਬਹੁਵਚਨੀ ਕਿਰਿਆ ਹੈ, ਆਪਾਂ ਇਸ ਲਈ ਇਸ ਦਾ ਉਚਾਰਨ ਨਾਸਕੀ ਕਰਾਂਗੇ, ਭੌਂਕੈ। ਸਦਾ ਬਯਾਲ, ਕੂੜ ਛੁਰਾ ਮੁੱਠਾ ਮੁਰਦਾਰ, ਧਾਨ ਕਰੂਪ ਰਹਾ ਕਰਤਾਰ। ਮੈਂ ਪਤ ਕੀ ਪੰਧ ਨ ਕਰਨੀ ਕੀ ਕਾਰ, ਹਉ ਬਿਗੜੈ ਰੂਪ ਰਹਾ ਬਿਕਰਾਲ। ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਏਹਾ ਆਸ ਇਹੋ ਆਧਾਰ। ਹੁਣ ਵੇਖੋ ਇੱਥੇ ਇਹੋ, ਈੜੀ ਨੂੰ ਲਾਵਾਂ, ਹਾਹੀ ਨੂੰ ਹੋੜਾ, ਗੁਰੂ ਮਹਾਰਾਜ ਨੇ ਸਪਸ਼ਟ ਆਪ ਲਿਖ ਦਿੱਤਾ, ਆਪ ਲਿਖ ਦਿੱਤਾ ਗੁਰੂ ਸਾਹਿਬ ਨੇ। ਇਹੋ ਆਧਾਰ, ਆਧਾਰ ਦੇ ਰਾਰੇ ਨੂੰ ਔਂਕੜ ਇੱਕ ਵਚਨ ਹੋਣ ਦੀ ਨਿਸ਼ਾਨੀ ਹੈ। ਰਹਾਓ। ਮੁਖ ਨਿੰਦਾ ਆਖਾਂ ਦਿਨ ਰਾਤ, ਮੁਖ ਨਿੰਦਾ ਆਖਾਂ ਦਿਨ ਰਾਤ, ਆਖਾ ਨਹੀਂ ਆਖਾਂ ਉੱਤਮ ਪੁਰਖ ਦੀ ਕਿਰਿਆ ਹੈ, ਮਤਲਬ ਮੈਂ ਕਹਿਣਾ ਹਾਂ, ਭਾਵ ਦਿਨੇ ਤੇ ਰਾਤ ਮੈਂ ਨਿੰਦਿਆ ਕਰਦਾ ਹਾਂ ਮੁਖ ਤੋਂ। ਪਰ ਕਰ ਜੋਹੀ ਨੀਚ ਸਨਾਤ, ਪਰ ਕਰ ਜੋਹੀ ਨੀਚ ਸਨਾਤ। ਕਾਮ ਕ੍ਰੋਧ ਤਨ ਵਸੈ ਚੰਡਾਲ, ਧਾਨ ਕਰੂਪ ਰਹਾ ਕਰਤਾਰ। ਫਾਹੀ ਸੁਰਤ ਮਲੂਕੀ ਵੇਸ, ਹਉ ਠਗਵਾੜਾ ਠੱਗੀ ਦੇਸ਼। ਖਰਾ ਸਿਆਣਾ ਬਹੁਤਾ ਭਾਰ, ਧਾਨ ਕਰੂਪ ਰਹਾ ਕਰਤਾਰ। ਮੈਂ ਕੀਤਾ ਨ ਜਾਤਾ ਹਰਾਮ ਖੋਰ, ਹਉ ਕਿਆ ਮੋਹ ਦੇਸਾਂ ਦੁਸ਼ਟ ਚੋਰ। ਹਉ ਕਿਆ ਮੋਹ ਦੇਸਾਂ, ਮਮੇ ਔਂਕੜ ਹਾਹੇ ਔਂਕੜ, ਮੋਹ ਦੇਸਾਂ, ਇਹਨੂੰ ਦੇਸਾ ਨਹੀਂ ਪਾਠ ਕਰਨਾ, ਦੇਸਾਂ ਇਹ ਕਿਰਿਆ ਹੈ, ਮਤਲਬ ਮੈਂ ਕੀ ਮੂੰਹ ਦਿਖਾਵਾਂ, ਕਿਰਿਆ ਹੈ ਇਹ। ਦੇਸਾਂ ਉੱਤਮ ਪੁਰਖ ਦੀ ਕਿਰਿਆ ਹੈ, ਇਸ ਲਈ ਇਸ ਤੇ ਨਾਸਕੀ ਦਾ ਉਪਯੋਗ ਹੋਵੇਗਾ। ਹਉ ਕਿਆ ਮੋਹ ਦੇਸਾਂ ਦੁਸ਼ਟ ਚੋਰ, ਇਹਨੂੰ ਵੀ ਦੁਸਤ, ਇਹਦਾ ਨਹੀਂ ਪੜ੍ਹਨਾ, ਦੁਸ਼ਟ ਚੋਰ। ਨਾਨਕ ਨੀਚ ਕਹੈ ਵਿਚਾਰ, ਧਾਨ ਕਰੂਪ ਰਹਾ ਕਰਤਾਰ। ਸ੍ਰੀ ਰਾਗ ਮਹਲਾ ਪਹਿਲਾ, ਘਰ ਚੌਥਾ। ਏਕਾ ਸੁਰਤ ਜੇਤੇ ਹੈ ਜੀ, ਸੁਰਤ ਵਿਹੂਣਾ ਕੋਇ ਨ ਕੀ। ਜੇਹੀ ਸੁਰਤ ਤੇਹਾ ਤਿਨ ਰਾਹ, ਲੇਖਾ ਇੱਕੋ ਆਵਹੁ ਜਾਹ। ਹੁਣ ਇੱਥੇ ਧਿਆਨ ਰੱਖਣਾ ਹੈ, ਜੇਹੀ ਸੁਰਤ ਤੇਹਾ ਤਿਨ ਰਾਹ, ਰਾਹ ਰਾਰੇ ਕੰਨਾ ਹਾਹੇ ਔਂਕੜ ਇੱਕ ਵਚਨ ਹੋਣ ਦੀ ਸੂਚਕ ਆ। ਲੇਖਾ ਇੱਕੋ ਆਵਹੁ ਜਾਹ, ਤੇ ਇਹਦਾ ਜਿਹੜਾ ਜਾਹ ਸ਼ਬਦ ਹੈ ਨਾ, ਇਹਦਾ ਵੀ ਆਪਾਂ ਹਾਹੀ ਨੂੰ ਔਂਕੜ ਲੱਗੀ ਹੋਈ ਹੈ, ਕਿਰਿਆ ਹੈ, ਉਚਾਰਨ ਆਪਾਂ ਜਾਹ ਹੀ ਕਰਾਂਗੇ, ਕਿਉਂਕਿ ਇਸ ਤੋਂ ਪਹਿਲਾਂ ਤੁਕਾਂਤ ਦਾ ਉਚਾਰਨ ਰਾਹੋ ਨਹੀਂ ਬਣੇਗਾ, ਰਾਹ ਬਣੇਗਾ। ਕਾਹੇ ਜੀ ਕਰੈ ਚਤੁਰਾਈ, ਲੇਵੈ ਦੇਵੈ ਢਿੱਲ ਨਾ ਪਾਈ। ਰਹਾਉ। ਤੇਰੇ ਜੀ ਜੀਆਂ ਕਾ ਤੋਹ, ਕਿਤ ਕਉ ਸਾਹਿਬ ਆਵੈ ਰੋਹ। ਤੇਰੇ ਜੀ ਜੀਆਂ ਕਾ ਤੋਹ, ਤੱਤੇ ਨੂੰ ਹੋੜਾ ਹਾਹੀ ਨੂੰ ਸਿਹਾਰੀ ਹੈ, ਇਹਨੂੰ ਤੋਹੇ ਇਦਾਂ ਨਹੀਂ ਪੜਾਂਗੇ, ਤੋਹ ਮਤਲਬ ਇਦਾਂ ਪਾਠ ਕਰਾਂਗੇ ਆਪਾਂ। ਕਿਤ ਕਉ ਸਾਹਿਬ ਆਵੈ ਰੋਹ, ਹੇ ਸਾਹਿਬ ਰੋਹ ਕਿਉਂ ਆਵੇਗਾ। ਜੇ ਤੂੰ ਸਾਹਿਬ ਆਵੈ ਰੋਹ, ਤੂੰ ਉਹਨਾਂ ਕਾ ਤੇਰੇ ਉਹ, ਇਹਨੂੰ ਓਹੇ ਨਹੀਂ ਪੜਾਂਗੇ ਆਪਾਂ, ਰੋਹੇ ਨਹੀਂ ਪੜਾਂਗੇ, ਰੋਹ ਤੇ ਉਹ ਇਹ ਪਾਠ ਕਰਾਂਗੇ ਆਪਾਂ। ਇੱਥੇ ਜੋ ਸਿਹਾਰੀ ਹੈ ਕਾਰਕੀ ਚਿੰਨ ਵਜੋਂ ਆਈ ਹੋਈ ਹੈ। ਅਸੀਂ ਬੋਲ ਵਿਗਾੜ, ਵਿਗਾੜੈ ਬੋਲ, ਵਿਗਾੜੈ ਅੜਾੜਾ ਹਾਹਾ ਮੁਕਤਾ। ਕਿਰਿਆ ਹੈ, ਵਰਤਮਾਨ ਕਾਲ ਦੀ ਹੈ, ਬਹੁਵਚਨ ਹੈ ਤੇ ਉੱਤਮ ਪੁਰਖ ਦੀ ਆ। ਉੱਤਮ ਪੁਰਖ ਦੀ ਕਿਰਿਆ ਹੋਣ ਕਰਕੇ ਵਿਗਾੜੈ, ਇਹਨੂੰ ਹਾਹੇ ਨੂੰ ਸਿਹਾਰੀ ਗੁਰੂ ਸਾਹਿਬ ਨੇ ਨਹੀਂ ਲਾਈ। ਸੋ ਇਹ ਧਿਆਨ ਰੱਖਣਾ ਹੈ ਆਪ ਜੀ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਜਿੱਥੇ ਕਿਰਿਆ ਬਹੁਵਚਨੀ ਹੈ ਤੇ ਉੱਤਮ ਪੁਰਖ ਹੈ ਤੇ ਵਰਤਮਾਨ ਕਾਲ ਹੈ, ਉੱਥੇ ਕਿਰਿਆ ਦੇ ਅੰਤ ਵਿੱਚ ਹਾਹਾ ਮੁਕਤਾ ਲਾਇਆ ਗਿਆ। ਜਿਵੇਂ ਕੱਕਾ ਰਾਰਾ ਹਾਹਾ, ਚੱਚਾ ਲੱਲਾ ਹਾਹਾ, ਮੰਮੇ ਸਿਹਾਰੀ ਲੱਲਾ ਹਾਹਾ, ਇਦਾਂ ਜਿਹੜਾ ਹਾਹਾ ਮੁਕਤਾ ਆ ਇਹ ਵਰਤਮਾਨ ਕਾਲ ਦਾ ਸੂਚਕ ਹੈ ਤੇ ਉੱਤਮ ਪੁਰਖ ਦਾ ਸੂਚਕ ਹੈ ਤੇ ਬਹੁਵਚਨ ਹੋਣ ਦਾ ਸੂਚਕ ਹੈ। ਮਤਲਬ ਪ੍ਰੈਜ਼ੈਂਟ ਟੈਂਸ ਦੀ ਇਹ ਵਰਬ ਆ ਤੇ ਇਹ ਹੈ ਫਸਟ ਪਰਸਨ ਦੀ, ਤੇ ਹੈ ਇਹ ਪਲੂਰਲ, ਇਹ ਇੱਕ ਵਚਨ ਨਹੀਂ ਹੈਗੀ, ਇਹ ਸਿੰਗੂਲਰ ਨਹੀਂ ਹੈਗੀ। ਇੱਥੇ ਬੋਲ ਵਿਗਾੜ, ਵਿਗਾੜੈ ਬੋਲ, ਅਸੀਂ ਵਿਗਾੜਦੇ ਹਾਂ। ਤੂੰ ਨਦਰੀ ਅੰਦਰ ਤੋਲੈ ਤੋਲ, ਜਹ ਕਰਨੀ
तह पूरी मत जह करनी जज्जा हाहा। हाहे उपर बिंदी ला के नासकी उच्चारण करांगे आपां। ये सथान बोधक पड़नाव है, सथानवाची पड़नाव भी तुसीं कह सकते हो इनू। जह करनी तह पूरी मत करनी बाझों घटे घट। प्रणवत नानक विश्राम ज्ञानी कैसा होए आप पछाणै बूझै सोए। गुर प्रसादी करे क्षमा करनी गुर प्रसाद करे विचार सो ज्ञानी दरगाह परवान। गुर प्रसाद करे विचार सो ज्ञानी दरगाह परवान। इदा पाठ होएगा। श्री राग महला पहला घर चौथा। तू दरियाओ दाना बीना मैं मछली कैसे अंत लहां। तू दरियाओ, दरियाओ नहीं पढ़ना, दद्दा रारी नू बिहारी है। दरियाओ दाना बीना मैं मछली कैसे अंत लहां। जह जह देखा तह तह तू है तुझ ते निकसी फूट मरा। जह जह देखा तह तह तू है, मतलब जिथे जिथे मैं देखदा हाँ। उत्तम पुरख दीआं क्रियावां ने ते शब्द हन सथानवाची। जह जह देखा तह तह तू है तुझ ते निकसी फूट मरा। ना जाना मेओ ना जाना जाली जां दुख लगै तां तुझै संभाली रहाओ। तू भरपूर जानिया मैं दूर जो कछ करी जो कछ करी सो तेरा हदूर। तू देखें हों मुकर पाओ तेरा कम न तेरा नाए। ये थोड़ा ध्यान रखना आप जी ने। तू देखें, तू देखदा है, हों मुकर पाओ मैं मुकर जांदा हाँ। इनू पाओ नहीं पढ़ना, पाओ मतलब मैं मुकर जांदा हाँ। उत्तम पुरख की क्रिया वा यह। उत्तम पुरख की क्रिया होने करके आप इहदा नासकी उच्चारण करांगे। तेरा कम न तेरा नाए जेता देह तेता हों खाओ। खाओ उत्तम पुरख की क्रिया है, इनू नासकी पढ़ांगे खाओ। ब्याह दर नाही कै दर जाऊं। ब्याह दर नाही कै दर जाऊं। नानक एक करहै अरदास। नानक एक कहै अरदास जियो पिंड सब तेरे पास। आपे नेड़ै दूर आपे ही आपे मंझ म्यानो। आपे वेखै सुने आपे ही कुदरत करे जहानो। जो तिस भावै नानका हुक्म सोई परवानो। परवानो नन्ने नूं औंकड़ भी लग्या होया ते नन्ने नूं होड़ा भी लग्या। पर तुकांत मेलण लई आपां नूं इस दा पाठ परवानो इदां करना पएगा। उंज ये शब्द परवान है, पर पढ़ना आपां इत्थे परवानो है, इसलिए इसनूं दो लगां लाइयां होईयां हन। श्री राग महला पहला घर चौथा। कीता कहाँ करे मन मान देवन हारे कै हथ दान। देवन हारे कै हथ दान, हथ विच दान, हथ दे थत्थे नूं सिहारी लगी हुई है, इसनूं कारकी चिन्ह बना दिंदी है। भावें दे ना देई सोए कीते कै कहे क्या होए। भावें, इनू भावें पढ़ना, भावै नहीं पढ़ना। भावै हुंदा है भा जाना, मतलब किरिया बन जाती है, चंगा लगन लग जाना। भावें शब्द जिहड़ा है इत्थे यह किरिया नहीं बनेगी, साध संगत किरिया नहीं बनेगी। ये एक प्रकार का संबंधकी रूप बन जाएगा। जिवें आपां कहने ना भावें चंगा लगे भावें ना लगे, वो रूप है इत्थे। भावें दे ना देई सोए कीते कै कहे क्या होए। आपे सच भावै तिस सच। हुण इत्थे भावै पढ़ना है, भाउंदा है, चंगा लगता है, इत्थे क्रिया भी रूप है। इत्थे भावें नहीं पढ़ना, इत्थे भावै पढ़ना है। अंधा कच्चा कच निकच रहाओ जाके रुख बिरख आराओ। इनू जान के ना पढ़ियो, जाके, क्योंकि पड़नावी स्वरूप है। जाके रुख बिरख आराओ जेही धात तेहा तिन नाओ। फुल भाओ फल लिखिया पाए
आप बीज आपे ही खाए। कच्ची कंद कच्चा विच राज, मत अलूणी फिक्का साध। नानक आणे आवे रास, विण नावै नाही शाबाश। इदा पढ़ना है। सिरी राग महला पहला, घर पंजवां। घर चेंज हो गया इत्थे, पंजवें घर दे शब्द शुरू हो गए ने। अछल छलाई नह छलै, नह घाओ कटारा कर सकै। अछल, इनू अछल नहीं पढ़ना, अछल जिन्हों छलिया नहीं जा सकता। अछल छलाई नह छलै, नह घाओ कटारा कर सकै। ज्यों साहिब राखै त्यों रहै, इस लोभी का जियो टल पलै। बिन तेल दीवा क्यों जलै, रहाओ। पोथी पुराण कमाईऐ, भौ वट्टी इत तन पाईऐ। सच बूझण आन जलाईऐ, एह तेल दीवा इउं जलै। कर चानण साहिब तौ मिलै, रहाओ। कर चानण विश्राम साहिब तौ मिलै। इत तन लागै बाणीआ, सुख होवै सेव कमाणीआ। सब दुनिया आवण जाणीआ, विच दुनिया सेव कमाईऐ। तां दरगाह बैसण पाईऐ, तां दरगाह बैसण पाईऐ। इनू दरगह नहीं पढ़ना, दरगाह बैसण पाईऐ। कहो नानक बाह लुढ़ाईऐ, इनू भी कहो नहीं पढ़ना साध संगत। हाही नू औंकड़ है, लघु मात्रा आ, इनू आपां लघु रूप च पढ़ांगे। कहो नानक बाह लुढ़ाईऐ, इत्थे तक ਜਿਹੜੇ ਆਪਣੇ 5 अंग सन ਉਹ ਪੂਰੇ ਹੋ ਗਏ ਆ ਤੇ 26 ਨੰਬਰ अंग तक ਆਪਾਂ ਪਹੁੰਚ ਚੁੱਕੇ ਆ। ਤੇ ਅੱਗੇ 26 ਤੋਂ ਲੈ ਕੇ ਜੋ ਅੱਗੇ 30 ਨੰਬਰ अंग तक 5 अंग ਹਨ, ਉਹ ਆਪਾਂ ਅਗਲੇ ਹਿੱਸੇ ਵਿੱਚ ਜਿਹੜਾ ਹੈ ਉਹਨਾਂ ਦਾ ਉਚਾਰਨ ਆਪਾਂ ਸਾਂਝਾ ਕਰ ਲਵਾਂਗੇ। ਸੋ ਇੰਨੀ ਬੇਨਤੀ ਆਪ ਸੰਗਤ ਨੇ ਪ੍ਰਵਾਨ ਕਰਨੀ। ਜਿੰਨੀ ਕੁ ਗੁਰੂ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਮੱਤ ਹੈ ਉਸ ਦੇ ਅਨੁਸਾਰ ਆਪ ਸੰਗਤ ਦੇ ਨਾਲ ਗੁਰਬਾਣੀ ਵਿਆਕਰਨ ਦੇ ਨਿਯਮਾਂ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਾਠ ਦਾ ਉਚਾਰਨ ਸਾਂਝਾ ਕਰਦੇ ਹਾਂ। ਬੇਨਤੀ ਇਹੋ ਕਰਦੇ ਹਾਂ ਸਾਧ ਸੰਗਤ, ਤੁਸੀਂ ਸਾਰੇ ਲਾਹਾ ਲਓ ਤੇ ਅੱਗੇ ਦੀ ਅੱਗੇ ਹੋਰਨਾਂ ਨਾਲ ਵੀ ਸਾਂਝਾ ਕਰੋ। ਜੇ ਕਿਤੇ ਆਪ ਜੀਆਂ ਨੂੰ ਇਹ ਲੱਗਦਾ ਹੈ ਕਿ ਪਾਠ ਦੇ ਦੌਰਾਨ ਕੋਈ ਸਵਾਲ ਮਨ ਵਿੱਚ ਪੈਦਾ ਹੁੰਦਾ ਹੈ, ਉਹਨੂੰ ਆਪ ਜੀ ਪ੍ਰੇਮ ਪਿਆਰ ਨਾਲ ਪੁੱਛ ਸਕਦੇ ਹੋ, ਅਸੀਂ ਜਵਾਬ ਦੇਣ ਲਈ ਤਿਆਰ ਹਾਂ। ਕੋਈ ਸਪੈਸ਼ਲ ਉਚਾਰਨ ਆਪ ਜੀ ਪੁੱਛਣਾ ਚਾਹੁੰਦੇ ਹੋ, ਉਹਦੇ ਉੱਪਰ ਸਪੈਸ਼ਲ ਵੀਡੀਓ ਬਣਾ ਕੇ ਵੀ ਆਪ ਜੀ ਨੂੰ ਦੱਸ ਸਕਦੇ ਹਾਂ। ਪਰ ਬੇਨਤੀ ਇਹੋ ਹੈ, ਕਈ ਪ੍ਰੇਮੀ ਭਾਈ ਵੀਡੀਓ ਦੇ ਹੇਠਾਂ ਆ ਕੇ ਆਪਣੀ ਸ਼ਬਦਾਵਲੀ ਕੁਝ ਇੱਦਾਂ ਦੀ ਵਰਤ ਦਿੰਦੇ ਆ, ਜਿਹਨੂੰ ਫਿਰ ਜਵਾਬ ਦੇਣਾ ਵੀ ਅਸੀਂ ਆਪਣੇ ਵੱਲੋਂ ਵਾਜਬ ਨਹੀਂ ਸਮਝਦੇ। ਆਪਣੀ એનર્ਜੀ ਆਪਣਾ ਸਮਾਂ ਉਸ ਪਾਸੇ ਵੇਸਟ ਕਰਨਾ ਇਹ ਸਾਡੀ ਭਾਵਨਾ ਨਹੀਂ ਹੈਗੀ। ਤੇ ਬਸ ਜਿੰਨੀ ਕੁ ਗੁਰੂ ਸਾਹਿਬ ਨੇ ਸੋਝੀ ਬਖਸ਼ੀ ਹੈ, ਯਤਨ ਕਰਦੇ ਆ ਉਹ ਆਪ ਸਾਰਿਆਂ ਦੇ ਨਾਲ ਵੰਡ ਲਈਏ, ਕਿਉਂਕਿ ਗੁਰਮਤ ਦਾ ਜੋ ਸਿਧਾਂਤ ਆ ਉਹ ਵੰਡ ਛਕਣ ਦਾ ਆ। ਤੇ ਆਪਾਂ ਨੂੰ ਪ੍ਰਾਪਤ ਹੋਇਆ ਉਹ ਆਪ ਸਾਰਿਆਂ ਨਾਲ ਵੰਡਣ ਦੀ ਆਪਾਂ ਕੋਸ਼ਿਸ਼ ਵਿੱਚ ਲੱਗੇ ਹੋਏ ਆ। ਤੇ ਅੱਗੇ ਜਿਸ ਰੂਪ ਦੇ ਵਿੱਚ ਆਪ ਜੀਆਂ ਤੱਕ ਇਹ ਸਾਡਾ ਉਪਰਾਲਾ ਪੁੱਜਦਾ ਆ, ਉਹਨੇ ਤੈਅ ਕਰਨਾ ਆ ਕਿ ਕਿੰਨੇ ਕੁ ਪਿਆਰੇ ਇਸ ਤੋਂ ਲਾਹਾ ਲੈਂਦੇ ਆ। ਸੋ ਭੁੱਲਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।